ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਅੱਜ 4 ਜੂਨ ਦਿਨ ਸ਼ਨੀਚਰਵਾਰ ਤੇ ਸ਼ਨੀਚਰਵਾਰ ਨੂੰ ਆਪਾਂ ਅਟਰਨੀ ਟਿਰਕੀਆਣਾ ਹੋਣਾ ਦੇ ਨਾਲ ਗੱਲਬਾਤ ਕਰਦੇ ਹਾਂ। ਤੇ ਅਟਰਨੀ ਟਿਰਕੀਆਣਾ ਹੋਣਾ ਨੇ ਪਿਛਲੇ ਵੀਕ ਆਪਾਂ ਨੂੰ ਦੱਸਿਆ ਸੀਗਾ ਵੀ ਭਾਈ ਮੈਂ ਚੱਲਾਂ ਘੁੰਮਣ ਫਿਰਨ, ਮੈਨੂੰ ਤੰਗ ਨਾ ਕਰਿਓ, ਪਰ ਅਸੀਂ ਫਿਰ ਵੀ ਉਹਨਾਂ ਨੂੰ ਤੰਗ ਕਰ ਰਹੇ ਹਾਂ ਕਿਉਂਕਿ ਤੁਹਾਡੇ ਸਾਰਿਆਂ ਦਾ ਪਿਆਰ ਇੰਨਾ ਆ, ਤੁਹਾਡੇ ਨਾਲ ਕੋਈ ਨਾ ਕੋਈ ਰਾਬਤਾ ਹਮੇਸ਼ਾ ਬਣਿਆ ਰਵੇ। ਇਸੇ ਲਈ ਉਹ ਆਪਣੀਆਂ ਛੁੱਟੀਆਂ ਦੇ ਵਿੱਚੋਂ, ਵਕੇਸ਼ਨ ਦੇ ਵਿੱਚੋਂ ਵੀ ਤੁਹਾਡੇ ਸਾਰਿਆਂ ਦੇ ਲਈ ਵਕਤ ਕੱਢ ਰਹੇ ਆ, ਇਨਫੋਰਮੇਸ਼ਨ ਲੈ ਕੇ ਹਾਜ਼ਰ ਹੋ ਰਹੇ ਆ। ਅਟਰਨੀ ਟਿਰਕੀਆਣਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਅੱਜ ਕਿਹੜੀ ਜਗ੍ਹਾ ਤੋਂ ਫਿਰ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਜੀ? ਅੱਜ ਜੀ ਪੋਰਤੋ ਵਲਾਰਤਾ ਕਰਕੇ ਜਗ੍ਹਾ ਮੈਕਸੀਕੋ ਦੇ ਵਿੱਚ, ਉੱਥੇ ਆਏ ਸੀਗੇ। ਠੀਕ ਹੈ। 10 ਸਾਲਾਂ 'ਚ ਮੇਰੇ ਖਿਆਲ ਪਹਿਲੀ ਛੁੱਟੀ ਹੋਣੀ ਹੈ। ਘਰ ਦੇ ਆਏ ਸੀਗੇ, ਮੈਂ ਕਿਹਾ ਚੱਲ ਅਸੀਂ ਨਹੀਂ ਤੁਹਾਨੂੰ ਛੁੱਟੀ ਲੈਣ ਦਿੱਤੀ। ਹਾਂਜੀ। ਤੇ ਫਿਰ ਆਪਣੇ ਵੀ ਹਨਾ ਰੇਡੀਓ ਤੇ ਵੀ ਲੋਕੀ ਜੁੜੇ ਸੀਗੇ, ਟਿਕਟੌਕ ਤੇ ਵੀ ਬਣ ਗਏ, ਸਾਨੂੰ ਕਹਿ ਕੇ ਦੌੜ ਗਿਆ ਬੰਦਾ। ਪ੍ਰੋਗਰਾਮ ਨੂੰ ਦੱਸਿਆ ਤੇ ਇੱਕ ਇੰਪੋਰਟੈਂਟ ਅਪਡੇਟ ਵੀ ਸੀਗੀ ਜੀ। ਤੇ ਕਾਫੀ ਨਾਰਮਲੀ ਵੀ ਪੁੱਛਦੇ ਰਹਿੰਦੇ ਸੀਗੇ ਕਲਾਇੰਟਸ ਜਿਹੜੇ ਕਿ ਨਵੇਂ ਪ੍ਰੋਸੈਸ ਦਾ ਕੀ ਆ। ਸੋ ਕਾਫੀ ਇੰਪੋਰਟੈਂਟ ਇੱਕ ਅਪਡੇਟ ਸੀਗੀ। ਸੋ ਮੈਂ ਕਿਹਾ ਹਫਤਾ ਫਿਰ 10 ਦਿਨ ਵੇਟ ਨਹੀਂ ਕਰ ਸਕਦੀ ਸੀ। ਮੈਂ ਕਿਹਾ ਚਲੋ ਕੋਸ਼ਿਸ਼ ਕਰੀਏ ਜੇ ਦੱਸ ਸਕੀਏ ਤਾਂ। ਸੋ ਉਸ ਅਪਡੇਟ ਬਾਰੇ ਅੱਜ ਡਿਸਕਸ਼ਨ ਕਰਾਂਗੇ। ਥੈਂਕ ਯੂ ਜੀ ਤੁਹਾਡਾ ਵੀ, ਤੁਸੀਂ ਇੰਨੇ ਆਪਣੇ ਵਕੇਸ਼ਨ ਦੇ ਵਿੱਚੋਂ ਵੀ ਸਮਾਂ ਤੁਸੀਂ ਸਾਡੇ ਲਈ ਜਿਹੜਾ ਕੱਢ ਰਹੇ ਹੋ, ਸਰੋਤਿਆਂ ਦੇ ਲਈ, ਦਰਸ਼ਕਾਂ ਦੇ ਲਈ ਕੱਢ ਰਹੇ ਹੋ। ਬਹੁਤ ਬਹੁਤ ਸ਼ੁਕਰੀਆ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਵੀ ਧੰਨਵਾਦ ਕਰਦੀ ਹੈ, ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਾਲ 408-272-2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 4159090503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਗਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ, ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਤੇ ਅਟਰਨੀ ਟਿਰਕੀਆਣਾ ਜੀ, ਪਹਿਲੋਂ ਆਪਾਂ ਸਵਾਲ ਜਵਾਬ ਵੱਲ ਨੂੰ ਵਧੀਏ, ਟੌਪਿਕ ਦੇ ਉੱਤੇ ਆਈਏ। ਇੰਜੋਏ ਕਰ ਰਹੇ ਹੋ ਮੈਕਸੀਕੋ? ਕਿੱਦਾਂ ਦਾ ਲੱਗ ਰਿਹਾ, ਇਲਾਕਾ ਕਿੱਦਾਂ ਦਾ ਹੈ, ਮੌਸਮ ਵਗੈਰਾ ਕਿੱਦਾਂ ਹੈ? ਜੀ ਮੌਸਮ ਬੜਾ ਜ਼ਬਰਦਸਤ ਆ। ਤੁਹਾਨੂੰ ਬਾਅਦ ਸਾਰਿਆਂ ਨੂੰ ਵਿਊ ਵੀ ਦਿਖਾਵਾਂਗੇ। ਗਰੀਬੀ ਜ਼ਰੂਰ ਹੈ ਇੱਥੇ, ਪਰ ਇਕੱਲੇ ਇਕੱਲੇ ਬੰਦੇ ਨੂੰ ਮੇਰੇ ਖਿਆਲ $5 ਮਿਲੀਅਨ ਦਾ ਵਿਊ ਆ। ਬੜੇ ਰਿਲੈਕਸ ਜਿਹੇ ਰੈਸਟੋਰੈਂਟ 'ਚ ਖਾਣਾ ਪੀਣਾ ਜਿਹਾ ਖਾ ਕੇ ਆਏ ਸੀਗੇ ਇੱਥੇ, ਜਿਹੜੇ ਲੋਕਲ ਹੁੰਦੇ ਆ। ਠੀਕ ਹੈ। ਤੇ ਸਾਰਿਆਂ ਨੂੰ ਪਤਾ ਹੀ ਹੈ ਹਨਾ, ਮੈਕਸੀਕੇ ਆਪਣੇ ਸਾਰੇ ਜਿਹੜੇ ਪਾਰਟੀ ਪੂਟੀ ਕਰਦੇ ਆ, ਭਾਵੇਂ ਜੋ ਵੀ ਹੈ, ਗਰੀਬੀ ਵੀ ਹੈ। ਤੇ ਇੱਥੇ ਵੀ ਉਹੀ ਪੰਜਾਬ ਵਾਲਾ ਹੀ ਹਿਸਾਬ ਕਿਤਾਬ ਆ, ਪੂਰਾ ਖੁੱਲ ਕੇ ਖਾਂਦੇ ਪੀਂਦੇ ਆ, ਮੌਜਾਂ ਕਰਦੇ ਆ ਤੇ ਰੌਣਕ ਮੇਲਾ ਪੂਰਾ। ਤੇ ਵਧੀਆ ਜੀ, ਪੋਰਤੋ ਵਲਾਰਤਾ ਕਰਕੇ ਜਗ੍ਹਾ ਪਹਿਲੀ ਵਾਰੀ ਮੈਂ ਆਇਆ ਤਾਂ ਕਾਫੀ ਵਧੀਆ ਲੱਗੀ ਜੀ ਜੀ। ਚਲੋ ਲੋਕੀ ਕੈਂਕੂਨ ਵਗੈਰਾ ਜਾਂਦੇ ਨੇ, ਕਮਰਸ਼ੀਅਲ ਜਗ੍ਹਾਵਾਂ ਕਾਫੀ। ਤੇ ਆਪਣਾ ਉਹੀ ਸੀਗਾ, ਆਪਾਂ ਕਿਹਾ ਚੱਲ ਯਾਰ ਕੋਈ ਲੋਕਲ ਜੀ ਜਗ੍ਹਾ ਜਿਹੜੀ ਐਕਸਪਲੋਰ ਕੀਤੀ ਜਾਵੇ। ਕਲਚਰ ਵੀ ਇੱਥੇ, ਸਮੁੰਦਰ ਵਗੈਰਾ ਵੀ ਹੈਗਾ, ਐਕਟੀਵਿਟੀਜ਼ ਵੀ ਹੈਗੀਆਂ, ਮੌਸਮ ਵੀ ਵਧੀਆ। ਚਲੋ ਬਹੁਤ ਵਧੀਆ, ਇੰਜੋਏ ਕਰੋ ਜੀ ਆਪਣੀ ਫੈਮਿਲੀ ਦੇ ਨਾਲ ਤੇ ਗੁੱਡ ਲੱਕ। ਸੋ ਇੰਜੋਏ ਕਰੋ। ਤੇ ਹੁਣ ਆਈਏ ਮੁੱਦੇ ਦੀਆਂ ਗੱਲਾਂ ਦੇ ਵੱਲ ਨੂੰ। ਹਾਊਸਕੀਪਿੰਗ ਰੂਲਸ, ਫੋਨ ਨੰਬਰ ਨੂੰ ਲੈ ਕੇ ਕੀ ਕੁਛ ਜਿਹੜਾ ਉਹ ਚੱਲ ਰਿਹਾ, ਪਲੀਜ਼ ਅਪਡੇਟ ਕਰੋ। ਫੋਨ ਨੰਬਰ ਨੂੰ ਲੈ ਕੇ ਬਹੁਤ ਪ੍ਰੋਬਲਮ ਚੱਲ ਰਹੀ ਸੀਗੀ ਪਿਛਲੇ ਮਹੀਨੇ ਤੋਂ। ਕਲਾਇੰਟ ਵੀ ਕਾਫੀ ਕੰਪਲੇਂਟ ਕਰ ਰਹੇ ਸੀਗੇ। ਥੋੜਾ ਜਿਹਾ ਸਿਸਟਮ ਡਾਊਨ ਹੋ ਗਿਆ ਸੀਗਾ, ਬੰਦੇ ਥੋੜੇ ਜਿਹੇ ਛੱਡ ਕੇ ਚੱਲ ਗਏ ਸੀਗੇ, ਕੁਝ ਕੱਢਣੇ ਪੈ ਗਏ, ਮਜਬੂਰੀ ਸੀਗੀ। ਸੋ ਹੁਣ ਸਿਸਟਮ ਜਿਹੜਾ ਸਾਰਾ ਸੈੱਟ ਹੋ ਗਿਆ। 4159090503 ਇਹ ਫੋਨ ਨੰਬਰ ਆ। ਕੋਸ਼ਿਸ਼ ਕਰਿਓ ਕਿ ਆਫਿਸ ਆਵਰ ਦੇ ਵਿੱਚ ਫੋਨ ਕਰੋ। 9 to 6 ਜਿਹੜੇ ਹੈਗੇ ਨਾਰਮਲ ਆਪਣੇ ਅਮਰੀਕਾ ਦੇ ਟਾਈਮ ਤੇ। ਸੋ ਦੋ ਹੀ ਹੁਣ ਤੁਹਾਡੇ ਕੋਲ ਰਿਕੁਐਸਟਾਂ, ਹੋਰ ਜ਼ਿਆਦਾ ਨਹੀਂ ਰਿਕੁਐਸਟਾਂ ਕਰਨੀਆਂ, ਦੋ ਹੀ ਤੁਹਾਡੇ ਕੋਲ ਰਿਕੁਐਸਟਾਂ। ਜੇ ਤੁਸੀਂ ਐਗਜ਼ਿਸਟਿੰਗ ਕਲਾਇੰਟ ਆ, ਮਤਲਬ ਕਿ ਤੁਹਾਡਾ ਸਾਡੇ ਕੋਲ ਕੇਸ ਆਲਰੇਡੀ ਚੱਲ ਰਿਹਾ, ਆਪਣਾ ਨਾਮ, ਏਲੀਅਨ ਨੰਬਰ, ਈਮੇਲ ਤੇ ਫੋਨ ਨੰਬਰ ਦੱਸ ਦਿਓ ਤੇ ਦੱਸ ਦਿਓ ਕੀ ਮਸਲਾ। ਤੇ ਜਿਹੜੇ ਸਟਾਫ ਆ ਕਾਲ ਲੈ ਲੂਗੇ ਤੇ ਸਾਨੂੰ ਮੈਸੇਜ ਦੇ ਦੋਗੇ ਤੇ ਆਪਾਂ ਤੁਹਾਨੂੰ ਕਾਲ ਕਰ ਲਾਂਗੇ। ਸੋ ਐਗਜ਼ਿਸਟਿੰਗ ਕਲਾਇੰਟ ਆਪਣੇ ਆਪ ਨੂੰ ਆਇਡੈਂਟੀਫਾਈ ਕਰਨ ਕਿ ਮੇਰਾ ਕੇਸ ਆਲਰੇਡੀ ਚੱਲ ਰਿਹਾ, ਆਪਣਾ ਨਾਮ, ਏਲੀਅਨ ਨੰਬਰ, ਈਮੇਲ, ਫੋਨ ਨੰਬਰ ਤੇ ਕੀ ਮਸਲਾ ਹੈਗਾ, ਕਾਹਦੀ ਹੈਲਪ ਚਾਹੀਦੀ ਆ। ਜਿਹੜਾ ਨਵਾਂ ਕਲਾਇੰਟ ਆ, ਨਵੇਂ ਕਲਾਇੰਟ ਦੋ ਤਰ੍ਹਾਂ ਦੇ ਆ ਜਾਂਦੇ ਆ। ਜੇ ਤਾਂ ਕਿਸੇ ਦਾ ਆਲਰੇਡੀ ਕੇਸ ਹੈਗਾ, ਸਿੱਧੇ ਕਹਿ ਦਿਓ ਕਿ ਮੇਰਾ ਕੇਸ ਆ, ਮੈਂ ਲਗਾਉਣ ਨੂੰ ਤਿਆਰ ਆ, ਜਾਂ ਮੇਰੀ BIA ਦੀ ਡੈਡਲਾਈਨ ਆ ਜਾਂ 9th ਸਰਕਿਟ ਦੀ ਡੈਡਲਾਈਨ ਆ, ਮੈਂ ਕੰਸਲਟੇਸ਼ਨ ਦੀ ਵੇਟ ਨਹੀਂ ਕਰ ਸਕਦਾ। ਆਪਾਂ ਸਿੱਧੇ ਤੁਹਾਨੂੰ ਪੇਪਰ ਵਰਕ ਭੇਜ ਕੇ ਸਾਡੇ ਅਟਰਨੀ ਸਿੱਧੇ ਕੰਮ ਸ਼ੁਰੂ ਕਰ ਦੋਗੇ। ਜਿਹੜੇ ਦੂਜੀ ਕਿਸਮ ਦੇ ਲੋਕ ਆ, ਜਿਹੜੇ ਕਹਿੰਦੇ ਕਿ ਨਹੀਂ ਪਹਿਲਾਂ ਜੇ ਨਾਲ ਗੱਲ ਕਰਨੀ ਆ, ਕੰਸਲਟੇਸ਼ਨ ਕਰਨੀ ਆ, ਉਹ ਸਿੱਧੇ ਕਹਿਣ ਕਿ ਕੰਸਲਟੇਸ਼ਨ ਕਰਨੀ ਆ ਤੇ ਉਹ ਤੁਹਾਡੀ ਜਿਹੜੀ ਮੇਰੇ ਸਕੈਡਿਊਲ 'ਚ ਕੰਸਲਟੇਸ਼ਨ ਪਾ ਦੂਗੇ। ਹੁਣ 9 ਤੱਕ ਤਾਂ ਮੈਂ ਅਵੇਲੇਬਲ ਨਹੀਂ, ਫਿਰ ਉਸ ਤੋਂ ਬਾਅਦ ਹੀ ਗੱਲ ਹੋਊਗੀ। ਸੋ ਐਗਜ਼ਿਸਟਿੰਗ ਕਲਾਇੰਟ ਆਪਣੇ ਆਪ ਨੂੰ ਆਇਡੈਂਟੀਫਾਈ ਕਰਨ, ਸਿੱਧੇ ਤੁਹਾਨੂੰ ਕਾਲ ਆ ਜਾਊਗੀ 24 ਤੋਂ 48 ਘੰਟਿਆਂ ਦੇ ਵਿੱਚ।
ਜਿਹੜੇ ਨਵੇਂ ਕਲਾਇੰਟ ਆ ਉਹ ਆਪਣੇ ਆਪ ਨੂੰ ਦੱਸਣ ਕਿ ਸਿੱਧੇ ਕੇਸ ਰੈਡੀ ਆ ਹਾਇਰ ਕਰਨ ਲਈ, ਤਾਂ ਸਿੱਧਾ ਜਿਹੜਾ ਕੰਮ ਤੁਹਾਡਾ ਸ਼ੁਰੂ ਹੋ ਜਾਊਗਾ, ਕੰਸਲਟੇਸ਼ਨ ਦੀ ਲੋੜ ਨਹੀਂ। ਤੇ ਜਿਨ੍ਹਾਂ ਨੇ ਪਹਿਲਾਂ ਗੱਲਬਾਤ ਕਰਨੀ ਹੈ, ਕੰਸਲਟੇਸ਼ਨ ਕਰਨੀ ਹੈ, ਉਹ ਫਿਰ ਪਹਿਲਾਂ ਕੰਸਲਟੇਸ਼ਨ ਸੈਟਅਪ ਕਰ ਲੈਣ, ਸਿੱਧੇ ਉਹਨਾਂ ਨੂੰ ਕਹਿ ਦੇਣ ਉਹ ਕਰ ਦੋਗੇ। ਸੋ ਇਹ ਪ੍ਰੋਸੈਸ ਆ, ਸਾਨੂੰ ਲੱਗਦਾ ਕਿ ਕਾਫੀ ਜ਼ਿਆਦਾ ਹੁਣ ਸਾਡਾ ਜਿਹੜਾ ਸਟ੍ਰੀਮਲਾਈਨ ਆ, ਜਿਹੜੇ ਵੀ ਲੋਕਾਂ ਦੇ ਗਿਲੇ ਸ਼ਿਕਵੇ ਸੀਗੇ ਸਾਰੇ ਮਿਟ ਜਾਊਗੇ। ਮਾਫੀ ਚਾਹੁੰਦੇ ਆ ਜੇ ਕੋਈ ਇਦਾਂ ਦਾ ਕਲਾਇੰਟ ਹੈਗਾ ਜਿਹਨੇ ਸ਼ਾਇਦ ਪੈਸੇ ਦਿੱਤੇ ਹੋਣ ਤੇ ਉਹਦੀ ਕੰਸਲਟੇਸ਼ਨ ਸੈੱਟ ਨਹੀਂ ਹੋਈ, ਤੁਸੀਂ ਇਹਨਾਂ ਨੂੰ ਕਾਲ ਕਰ ਲਓ ਤੇ ਹੁਣ ਤੁਹਾਨੂੰ ਫਿਊਚਰ ਦੇ ਵਿੱਚ ਕੋਈ ਜਿਹੜੀ ਆ ਉਹ ਪ੍ਰੋਬਲਮ ਨਹੀਂ ਹੋਊਗੀ। ਤੇ ਹੁਣ ਸਾਡੇ 5 ਲਾਇਰਸ ਹੋ ਗਏ ਆ, 10-11 ਪੈਰਾਲੀਗਲਸ ਹੋ ਗਏ, ਐਕਸਪੈਂਡ ਕਰ ਰਹੇ ਆ, ਨਿਊਯਾਰਕ ਦਾ ਆਫਿਸ ਵੀ ਖੁੱਲ ਗਿਆ ਵਾ ਤੇ ਹੋਪਫੁਲੀ ਜਿੱਥੇ ਆਪਾਂ ਫਰਮ ਨੂੰ ਦੇਖਣਾ ਚਾਹੁੰਦੇ ਸੀ ਉੱਥੇ ਛੇਤੀ ਪਹੁੰਚ ਜਾਊਗੀ। ਜੀ ਜੀ ਬਿਲਕੁਲ। ਦੇਖੋ ਜਿਹੜੀ ਅਸੀਂ ਗੱਲਬਾਤ ਕਰਦੇ ਹਾਂ ਇਕੱਲੇ ਇਮੀਗ੍ਰੇਸ਼ਨ ਦੇ ਪੱਖ ਤੋਂ ਨਹੀਂ, ਅਸੀਂ ਤੁਹਾਨੂੰ ਜਿਹੜੇ ਅਟਰਨੀ ਟਿਰਕਿਆਣਾ ਐਜ਼ ਏ ਹਿਊਮਨ, ਐਜ਼ ਏ ਪਰਸਨ, ਉਹਦੇ ਨਾਲ ਵੀ ਜਿਹੜਾ ਰੂਬਰੂ ਕਰਾਉਂਦੇ ਰਹਿੰਦੇ ਆ। ਸੋ ਆਪਾਂ ਨਾਲ ਨਾਲ ਗਰੋ ਹੋ ਰਹੇ ਹਾਂ ਇੱਕ ਦੂਜੇ ਦੇ। ਜੀ ਸੋ ਲਾਸਟ ਟਾਈਮ ਜਦੋਂ ਆਪਾਂ ਦੇਖਿਆ ਸੀਗਾ ਵੀ ਸਟੀਰੀਓ ਨੇਸ਼ਨ ਇੱਕ ਮਿਊਜ਼ਿਕ ਦਾ ਲੈਜੈਂਡ ਕਹਿ ਸਕਦੇ ਹਾਂ, ਉਸ ਦੇ ਵਿੱਚ ਸੀਗਾ, ਉਸ ਦੀ ਮੌਤ ਤੇ ਵੀ ਤੁਸੀਂ ਦੁੱਖ ਪ੍ਰਗਟਾਇਆ ਸੀਗਾ। ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਮੂਸੇਵਾਲੇ ਬਾਰੇ ਵੀ ਕੁਝ ਕਹਿਣਾ ਚਾਹੁੰਦੇ ਹੋ ਉਸ ਦੇ ਬਾਰੇ? ਕਿਉਂਕਿ ਐਜ਼ ਏ ਪਰਸਨ ਹਰ ਇੱਕ ਦੀਆਂ ਕੁਝ ਲਾਈਕਸ ਡਿਸਲਾਈਕਸ ਹੁੰਦੀਆਂ ਆ, ਸੋ ਤੁਸੀਂ ਇਸ ਨੂੰ ਲਾਈਕ ਕਰਦੇ ਸੀ, ਤੁਸੀਂ ਕੁਝ ਕਹਿਣਾ ਚਾਹੁੰਦੇ ਉਹਦੇ ਬਾਰੇ? ਜੀ ਬਿਲਕੁਲ ਲਾਈਕ ਕਰਦੇ ਸੀ, ਬਹੁਤ ਪਸੰਦ ਸੀਗਾ। ਸੋ ਪਹਿਲਾਂ ਤਾਂ ਲੈਜੈਂਡ ਬੰਦਾ ਸੀਗਾ ਤੇ ਇਹਦੀ ਸਕਸੈਸ ਸਟੋਰੀ ਇੱਕ ਇਮੀਗ੍ਰੈਂਟ ਦੀ ਸਕਸੈਸ ਸਟੋਰੀ ਹੋਊਗਾ। ਸਾਰਿਆਂ ਨੂੰ ਪਤਾ ਕੈਨੇਡਾ ਗਿਆ ਸੀਗਾ, ਐਜ਼ ਅ ਸਟੂਡੈਂਟ ਗਿਆ ਸੀਗਾ। ਆਪਾਂ ਵੀ ਆਏ ਸਾਰੇ, ਤੁਸੀਂ ਜਿਹੜੇ ਸੁਣ ਰਹੇ ਆ ਉਹ ਵੀ ਆਏ ਹਨਾ ਭਾਜੀ, ਤੁਸੀਂ ਵੀ ਆਏ ਹੋ। ਪਰ ਇਹ ਬੰਦੇ ਨੇ ਦੇਖੋ ਤੁਸੀਂ ਕਿ ਇੱਕ ਜਰਨੀ ਜਿਹੜੀ ਹੁੰਦੀ ਸੀ, ਸਭ ਤੋਂ ਪਹਿਲਾਂ ਤਾਂ ਮਟੀਰੀਅਲਿਸਟਿਕ ਜਰਨੀ ਹੁੰਦੀ ਕਿ ਬੰਦਾ ਪੈਸੇ ਕਮਾਉਣ ਆਉਂਦਾ। ਦੇਖੋ ਕਿ ਇਹ ਬੰਦੇ ਨੇ ਕਿੰਨੇ ਛੋਟੇ ਟਾਈਮ ਦੇ ਵਿੱਚ ਤੈਅ ਕੀਤੀ, 2-3 ਸਾਲਾਂ ਦੇ ਵਿੱਚ ਕਿੱਥੇ ਦਾ ਕਿੱਥੇ ਪਹੁੰਚ ਗਿਆ, ਜਿਹੜਾ ਸਾਡੇ ਵਰਗੇ ਬੰਦਿਆਂ ਨੂੰ, ਆਮ ਬੰਦਿਆਂ ਨੂੰ ਸ਼ਾਇਦ ਲਾਈਫ ਟਾਈਮ ਲੱਗ ਜਾਂਦਾ ਹੋਣਾ ਹਨਾ। ਤੇ ਐਡੀ ਯੰਗ ਏਜ ਦੇ ਵਿੱਚ ਪਿੰਡੋਂ ਉੱਠ ਕੇ ਆਪਣੇ ਲੈਵਲ ਤੇ ਆਪਣੇ ਕੌਨਫੀਡੈਂਸ ਦੇ ਵਿੱਚ ਆ ਕੇ ਇੰਨਾ ਕੁਝ ਉਹਨੇ ਅਕੰਪਲਿਸ਼ ਕਰ ਲਿਆ। ਇਹ ਮਤਲਬ ਗਿਫਟਡ ਹੀ ਬੰਦਾ ਕਰ ਸਕਦਾ, ਇਹ ਆਮ ਬੰਦੇ ਦੇ ਬਸ ਦੀ ਗੱਲ ਨਹੀਂ ਹੈਗੀ ਜੀ। ਤੇ ਜਦੋਂ ਉਹਨੇ ਸਾਰਾ ਇਹ ਅਕੰਪਲਿਸ਼ ਕੀਤਾ, ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਸਾਨੂੰ ਪਤਾ EB-1A ਗ੍ਰੀਨ ਕਾਰਡ ਹੁੰਦਾ, 15 ਦਿਨਾਂ ਦੇ ਵਿੱਚ ਤੁਹਾਡਾ ਫੈਸਲਾ ਆ ਜਾਂਦਾ ਜੇ ਕੋਈ ਟੌਪ ਲੈਵਲ ਦਾ ਸਟਾਰ ਆ, ਐਂਟਰਟੇਨਰ ਆ। ਇਹ ਬੰਦੇ ਨੂੰ 15 ਦਿਨ ਦੇ ਅੰਦਰ ਜਿਹੜਾ I-140 ਦਾ ਅਪਰੂਵ ਹੋ ਸਕਦਾ ਸੀਗਾ, ਇਨਵੈਸਟਮੈਂਟ ਬੇਸ ਗ੍ਰੀਨ ਕਾਰਡ ਦੇ ਥਰੂ ਆ ਸਕਦਾ ਸੀਗਾ, ਜਿਹੜੇ ਮਰਜ਼ੀ ਦੇਸ਼ ਰਹਿ ਸਕਦਾ ਸੀਗਾ। ਇਹ ਬਾਈ ਨੇ ਪਸੰਦ ਕੀਤਾ ਕਿ ਆਪਣੇ ਪਿੰਡ ਜਾ ਕੇ ਰਵੇ। ਸੋ ਇਹ ਵੀ ਦੇਖੋ ਸੋਚਣ ਵਾਲੀ ਗੱਲ ਆ। ਸੋ ਬਿਯੋਂਡ ਮਟੀਰੀਅਲਿਸਟਿਕ ਥਿੰਗ, ਉਹ ਤਾਂ ਇਹਨੇ ਸਾਰੀਆਂ ਅਕੰਪਲਿਸ਼ ਕਰ ਲੀਆਂ, ਪਰ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਜਿਹੜਾ ਇੱਕ ਆਰਟਿਸਟ ਅਕੰਪਲਿਸ਼ ਕਰ ਸਕਦਾ ਉਹ ਇਹ ਹੈਗਾ ਕਿ ਅਟੈਂਸ਼ਨ। ਕਿ ਇਹ ਬੰਦੇ ਨੂੰ ਸਭ ਤੋਂ ਜ਼ਿਆਦਾ ਅਟੈਂਸ਼ਨ ਮਿਲੀ, ਸਾਰਿਆਂ ਦੀ ਅਟੈਂਸ਼ਨ ਮਿਲੀ, ਭਾਵੇਂ ਕੋਈ ਇਹਨੂੰ ਪਸੰਦ ਕਰਦਾ ਸੀਗਾ, ਨਹੀਂ ਪਸੰਦ ਕਰਦਾ ਸੀਗਾ, ਕ੍ਰਿਟਿਕ ਸੀਗਾ ਇਹਦਾ, ਸਾਰੇ ਬੰਦਿਆਂ ਦੀ ਅਟੈਂਸ਼ਨ ਇਹਨੂੰ ਮਿਲੀ। ਬਹੁਤ ਘੱਟ ਲੋਕ ਇਦਾਂ ਦੇ ਹੁੰਦੇ ਆ ਜਿਹੜੇ ਇੱਕੋ ਸਿੰਗਰ ਜਿਹੜਾ ਇੱਕ ਬੰਦੇ ਦੇ ਵਿੱਚ ਮਲਟੀਪਲ ਤਰ੍ਹਾਂ ਦੀਆਂ ਫੀਲਿੰਗ ਜਿਹੜੀਆਂ ਕਹ ਲਓ ਤੁਸੀਂ ਅਰਾਈਜ਼ ਕਰ ਸਕਦਾ। ਆਪਾਂ ਡਿਨਰ ਟੇਬਲ ਤੇ ਮੈਨੂੰ ਯਾਦ ਆ ਬੈਠੇ ਹੁੰਦੇ ਸੀਗੇ ਉਹੀ ਬੰਦੇ ਜਿਹੜੇ ਪਹਿਲਾਂ ਕ੍ਰਿਟਿਸਾਈਜ਼ ਕਰਦੇ ਸੀ ਕਿ ਨਹੀਂ ਯਾਰ ਮੈਨੂੰ ਨਹੀਂ ਪਸੰਦ, ਆ ਕੌਣ ਆ ਗਿਆ, ਹਥਿਆਰਾਂ ਦੀ ਗੱਲ ਕਰਦਾ, ਵਾਇਲੈਂਸ ਦੀ ਗੱਲ ਕਰਦਾ, ਇਹ ਰੋਲ ਮਾਡਲ ਨਹੀਂ, ਇਹ ਇਦਾਂ ਨਹੀਂ, ਇਹ ਉੱਦਾਂ ਨਹੀਂ। ਉਹੀ ਸੇਮ ਬੰਦੇ ਆਪਣੇ ਹੁੰਦੇ ਉਹੀ ਡਿਨਰ ਕਨਵਰਸੇਸ਼ਨਾਂ ਤੇ ਫੈਨ ਬਣਦੇ ਦੇਖੇ ਬੰਦੇ ਦੇ। ਤੇ ਬਹੁਤ ਘੱਟ, ਕਹਿਣ ਦਾ ਮਤਲਬ ਕਿ ਬਹੁਤ ਘੱਟ ਆਰਟਿਸਟ ਇਦਾਂ ਦੇ ਹੁੰਦੇ ਆ ਕਿ ਜਿਹੜੇ ਇੱਕੋ ਬੰਦੇ ਦੇ ਵਿੱਚ ਮਲਟੀਪਲ ਫੀਲਿੰਗ, ਕਿ ਉਹ ਕਹਿਣ ਕਿ ਯਾਰ ਮੈਨੂੰ ਇਹਦਾ ਗਾਣਾ ਨਹੀਂ ਪਸੰਦ ਪਰ ਬੰਦਾ ਬਹੁਤ ਘੈਂਟ ਆ, ਮੈਨੂੰ ਮੈਸੇਜ ਕਿੱਦਾਂ ਦਿੰਦਾ ਪਰ ਬੰਦਾ ਬਹੁਤ ਘੈਂਟ ਆ। ਸੋ ਇਦਾਂ ਦੇ ਬਹੁਤ ਘੱਟ ਜਿਹੜੇ ਆਰਟਿਸਟ ਉਹ ਹੁੰਦੇ ਆ। ਤੇ ਸਾਰੇ ਜਣੇ ਇਹਨੂੰ ਸੁਣਦੇ ਸੀਗੇ, ਭਾਵੇਂ ਕ੍ਰਿਟਿਸਾਈਜ਼ ਕਰਦੇ ਸੀਗੇ, ਜੋ ਵੀ ਕਰਦੇ ਸੀਗੇ, ਪਰ ਸਾਰੇ ਜਣੇ ਐਂਡ ਦੇ ਵਿੱਚ ਸਾਰੇ ਹੇਟਰ ਇਹਦੇ ਫੈਨ ਬਣ ਗਏ, ਸਾਰੇ ਹੇਟਰ ਇਹਦੇ ਫੈਨ ਬਣ ਗਏ, ਹਰੇਕ ਜਣਾ, ਹਰੇਕ ਪੰਜਾਬੀ। ਤੇ ਜਿਹੜੇ ਕਹਿੰਦੇ ਸੀਗੇ ਕਿ ਯੂਥ ਲਈ ਰੋਲ ਮਾਡਲ ਨਹੀਂ ਹੈਗਾ, ਉਹ ਵੀ ਇਹਦੇ ਫੈਨ ਬਣ ਗਏ। ਤੇ ਉਹਦਾ ਰੀਜ਼ਨ ਇਹੀ ਸੀਗਾ ਕਿ ਮੇਰੇ ਹਿਸਾਬ ਨਾਲ ਇਹ ਇੱਕ ਸੱਚਾ ਬੰਦਾ ਸੀਗਾ, ਇਹਦੀ ਅਪਰੋਚ ਆਪਣੇ ਨਾਲ ਸਹੀ ਸੀਗੀ, ਜੋ ਵੀ ਇਹਦਾ ਮੈਸੇਜ ਸੀਗਾ, ਜੋ ਇਹਨੇ ਕੀਤਾ, ਆਪਣੀ ਅਪਰੋਚ ਇਹਨੇ ਪੂਰੀ ਟਰੂ ਰੱਖੀ, ਆਪਣੇ ਆਪ ਨਾਲ ਟਰੂ ਰਿਹਾ। ਪੇਂਡੂ ਬੰਦਾ ਸੀਗਾ, ਐਂਡ ਦੇ ਵਿੱਚ ਪੇਂਡੂ ਰਿਹਾ, ਪੈਸੇ ਨੇ ਇਹਨੂੰ ਬਦਲਿਆ ਨਹੀਂ, ਲੋਕੀ ਪੈਸੇ ਨਾਲ ਬਦਲ ਜਾਂਦੇ ਆ। ਇਹਦੀਆਂ ਆਪਣੀਆਂ ਕੁਝ ਲਾਈਨਾਂ ਜਿਹੜੀਆਂ ਸਭ ਤੋਂ, ਇਹਦੇ ਗਾਣੇ ਤਾਂ ਇਹਦੇ ਸਾਰੇ ਦੇਖੋ ਤੁਸੀਂ ਇੰਟਰਨੈਟ ਤੇ ਕਿੰਨੇ ਜ਼ਿਆਦਾ ਲੋਕਾਂ ਨੇ ਮੀਮ ਬਣਾਏ ਹੋਏ, ਕਈ ਕੁਛ ਇਹਦੇ, ਕਿਹੜਾ ਗਾਣਾ ਨਹੀਂ ਵਧੀਆ, ਪਰ ਜਿਹੜੇ ਮੈਨੂੰ ਇਹਦੀਆਂ ਸਭ ਤੋਂ ਵਧੀਆ ਪੰਕਤੀਆਂ ਲੱਗਦੀਆਂ, 2-4 ਇਹਦੀਆਂ ਲਾਈਨਾਂ ਕਿ ਕਹਿੰਦਾ ਕਈ ਨਾਸਤਿਕ ਮੈਨੂੰ ਦੱਸਦੇ ਨੇ, ਕਈ ਧਰਮਾਂ ਦੇ ਵਿੱਚ ਵਾੜਦੇ ਨੇ, ਕਿਤੇ ਪੂਜਾ ਮੇਰੀ ਕਰਦੇ ਨੇ ਤੇ ਕਿਤੇ ਪੁਤਲੇ ਮੇਰੇ ਸਾੜਦੇ ਨੇ, ਨਾ ਸਮਝ ਸਕੇ ਮੇਰੇ ਰਾਹਾਂ ਨੂੰ, ਨੀ ਕੌਣ ਰੋਕ ਲਊ ਦਰਿਆਵਾਂ ਨੂੰ, ਨੀ ਬੰਨ ਲੱਗਦੇ ਹੁੰਦੇ ਨਹਿਰਾਂ ਦੇ। ਸੋ ਜੋ ਵੀ ਇਹ ਸੀਗਾ, ਗੈਂਗਸਟਰ ਨਹੀਂ ਸੀਗਾ, ਪੋਲੀਟੀਸ਼ੀਅਨ ਨਹੀਂ ਸੀਗਾ, ਆਰਟਿਸਟ ਸੀਗਾ, ਨਵੀਂ ਬਰੀਡ ਸੀਗੀ। ਦਰਿਆ ਤੇ ਸਮੁੰਦਰ ਨੂੰ ਕੋਈ ਨਹੀਂ ਰੋਕ ਪਾਇਆ, ਇਸੇ ਤਰ੍ਹਾਂ ਮੂਸੇ ਵਾਲੇ ਨੂੰ ਵੀ ਕੋਈ ਨਹੀਂ ਰੋਕ ਪਾਇਆ। ਬੰਨ ਲੱਗਦੇ ਹੁੰਦੇ ਨਹਿਰਾਂ ਦੇ, ਬੰਦਾ ਦਰਿਆ ਸੀਗਾ, ਕਿਸੇ ਤੋਂ ਡਰਿਆ ਨਹੀਂ, ਜੋ ਲਿਖਣਾ ਸੀਗਾ ਲਿਖਦਾ ਗਿਆ, ਸੁਸਾਇਟੀ ਦੀ, ਕਲਚਰ ਦੀ, ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ।
ਜਿੱਦਾਂ ਉਸਨੇ ਕਿਹਾ ਸੀਗਾ ਨਾ ਕਿ ਯੂ ਲਿਵ ਬਾਏ ਗਨ ਯੂ ਡਾਈ ਬਾਏ ਗਨ, ਉਦਾਂ ਹੀ ਇਹਦਾ ਅੰਤ ਹੋਇਆ। ਜੀ ਇਹ ਬੰਦੇ ਨੂੰ ਆਉਣ ਵਾਲੇ ਕਾਫੀ ਦਹਾਕਿਆਂ ਤੱਕ ਲੋਕੀ ਸੁਣਦੇ ਆਉਗੇ। ਜਿੱਦਾਂ ਪੁਰਾਣੇ ਸਿੰਗਰ ਸੀਗੇ, ਚਮਕੀਲਾ ਸੀਗਾ, ਕੋਈ ਪਸੰਦ ਨਹੀਂ ਕਰਦਾ ਸੀਗਾ, ਪਰ ਅੱਜ ਤੱਕ ਉਹਨੂੰ ਸੁਣਦੇ। ਇੱਕ ਲੈਜੈਂਡ ਹੈ ਇਹ ਵੀ ਬੰਦਾ, ਮੇਰੇ ਸਾਹਮਣੇ ਕਈ ਦਹਾਕਿਆਂ ਤੱਕ ਇੱਕ ਲੈਜੈਂਡ ਬਣ ਗਿਆ। ਇਹਨੇ ਬੜੀ ਛੋਟੀ ਜ਼ਿੰਦਗੀ 27-28 ਸਾਲ ਦੀ ਉਮਰ ਦੇ ਵਿੱਚ ਹੀ ਚਲਾ ਗਿਆ, ਇਕੱਲਾ ਮੁੰਡਾ ਸੀਗਾ। ਪਰ ਇਹ ਜਿਹੜੇ ਛੋਟੇ ਜਿਹੇ ਟਾਈਮ ਦੇ ਵਿੱਚ 5 ਸਾਲਾਂ ਦੇ ਕਰੀਅਰ ਦੇ ਵਿੱਚ ਇਹਨੇ ਦੇਖੋ ਕਿ ਕਿੰਨਾ ਜ਼ਿਆਦਾ ਕੰਟੈਂਟ ਜਿਹੜਾ ਪੈਕ ਕਰਤਾ। ਇੰਨੇ ਘੱਟ ਟਾਈਮ ਦੇ ਵਿੱਚ ਇੰਨੀ ਜ਼ਿਆਦਾ ਲਾਈਫ ਜਿਹੜੀ ਪੈਕ ਕਰਤੀ ਆਪਣੀ। ਇਹ ਬੰਦੇ ਨੂੰ ਸਲੂਟ ਆ, ਰਹਿੰਦੀ ਦੁਨੀਆ ਤੱਕ ਇਹਦਾ ਨਾਂ ਰਹੂਗਾ। ਜੀ ਜੀ ਬਿਲਕੁਲ। ਸੋ ਬਿਲਕੁਲ ਅਟਾਰਨੀ ਟਿਰਕੀਆਣਾ ਹੋਣਾ ਨੇ ਆਪਣੇ ਜਿਹੜੇ ਵਿਚਾਰ ਸਿੱਧੂ ਮੂਸੇਵਾਲੇ ਦੇ ਬਾਰੇ ਜਿਹੜੇ ਉਹ ਆਪਾਂ ਨੇ ਨਾਲ ਸ਼ੇਅਰ ਕੀਤੇ। ਸੋ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਇਸ ਸ਼ੋਅ ਦੇ ਵਿੱਚ ਇਕੱਲਾ ਇਮੀਗ੍ਰੇਸ਼ਨ ਹੀ ਨਹੀਂ, ਸੋ ਇੱਕ ਦੂਜੇ ਨਾਲ ਖੁੱਲ੍ਹ ਕੇ ਅਸੀਂ ਗੱਲਬਾਤ ਵੀ ਜਿਹੜੀ ਆ ਉਹ ਕਰ ਲੈਂਦੇ ਹਾਂ, ਉਹ ਆਪਣੇ ਵਿਚਾਰ ਵੀ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰ ਲੈਂਦੇ ਹਾਂ। ਅਤੇ ਅਟਾਰਨੀ ਟਿਰਕੀਆਣਾ ਜੀ, ਹੁਣ ਆਪਾਂ ਜੇ ਅੱਜ ਦੇ ਮੁੱਦੇ ਦੇ ਉੱਤੇ ਟੌਪਿਕ ਦੇ ਉੱਤੇ ਆਈਏ, ਕੀ ਹੈ ਜੀ ਅੱਜ ਦਾ ਟੌਪਿਕ ਜਿਸ ਦੇ ਉੱਤੇ ਆਪਾਂ ਗੱਲ ਕਰਨੀ, ਜਿਹੜਾ ਤੁਸੀਂ ਕਹਿ ਰਹੇ ਸੀਗੇ ਵੀ ਇੰਨੇ ਦਿਨ ਵੇਟ ਜਿਹੜਾ ਉਸ ਦੇ ਲਈ ਨਹੀਂ ਕੀਤਾ ਜਾ ਸਕਦਾ? ਸੋ ਸਭ ਤੋਂ ਵੱਡਾ ਇਸ ਸਾਲ ਦਾ ਟੌਪਿਕ ਜੀ ਉਹੀ ਹੈ ਕਿ ਜਿਹੜਾ ਦੱਸਿਆ ਸੀਗਾ ਕਿ ਲਾਜ਼ ਦੇ ਵਿੱਚ ਚੇਂਜ ਹੋਣੀ ਆ, ਸਿਸਟਮ ਜਿਹੜਾ ਇਹਨਾਂ ਨੇ ਸਾਰਾ ਚੇਂਜ ਕਰਨਾ ਕਿ 6 ਮਹੀਨਿਆਂ ਦੇ ਵਿੱਚ ਜਿਹੜਾ ਫੈਸਲਾ ਦੇਣਾ। ਸੋ ਪਹਿਲਾਂ ਵੀ ਆਪਾਂ ਡਿਸਕਸ਼ਨ ਕੀਤੀ ਸੀਗੀ, ਵੀਡੀਓਜ਼ ਵਗੈਰਾ ਵੀ ਆਈਆਂ ਉਹਦੀਆਂ ਕਾਫੀ ਲੋਕਾਂ ਨੇ। ਤਾਂ ਹੁਣ ਇਹ ਸੀਗਾ ਕਿ ਲੋਕੀ ਪੁੱਛਦੇ ਸੀਗੇ ਕਿ ਯਾਰ ਇਹ ਲਾਗੂ ਕਦੋਂ ਹੋਣਾ, ਮੇਰੇ ਤੇ ਲਾਗੂ ਹੋਣਾ ਕਿ ਨਹੀਂ ਹੋਣਾ। ਇਹ ਇੰਟਰਿਮ ਫਾਈਨਲ ਰੂਲ ਜਿਹੜਾ ਸੀਗਾ ਅਸਾਲਮ ਦਾ, ਜਿਹੜਾ ਵੇਟ ਟਾਈਮ ਉਹਨੂੰ ਘਟਾ ਦਿੰਦਾ ਕਿ 6 ਮਹੀਨੇ ਦੇ ਵਿੱਚ ਫੈਸਲਾ ਜਿਹੜਾ ਕੇਸ ਨਿਪਟਾ ਦੇਣਾ ਅਸਾਲਮ ਆਫਿਸ ਤੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ। ਇਹ ਜਿਹੜਾ ਰੂਲ ਹੈਗਾ ਇਹ ਹੁਣ ਇਫੈਕਟ ਹੋਣ ਜਾ ਰਿਹਾ। ਇਮੀਗ੍ਰੇਸ਼ਨ ਨੇ ਅਨਾਉਂਸ ਕਰਤਾ, ਫੁੱਲੀ ਨਹੀਂ ਇਫੈਕਟ ਹੋਣਾ, ਕੁਝ ਹਿੱਸਿਆਂ 'ਚ ਇਫੈਕਟ ਹੋਊਗਾ, ਪਰ ਇਹ ਰੂਲ ਉਹਨਾਂ ਨੇ ਲਾਗੂ ਕਰਤਾ ਹੁਣ ਤੋਂ। ਠੀਕ ਹੈ। ਸੋ ਚਲੋ ਅੱਜ ਆਪਾਂ ਇਸ ਦੇ ਬਾਰੇ ਸੋਤਿਓ ਗੱਲਬਾਤ ਜਿਹੜੀ ਉਹ ਕਰਾਂਗੇ। ਜੇ ਤੁਸੀਂ ਐਕਸਪਲੇਨ ਕਰੋ ਬਰੀਫਲੀ ਕੀ ਕਹਿੰਦਾ ਹੈ ਇਹ ਰੂਲ? ਇਹ ਜੀ ਰੂਲ ਇਨ ਸ਼ਾਰਟ ਇਹਦੀਆਂ 2 ਮੇਜਰ ਪ੍ਰੋਵੀਜ਼ਨਾਂ। ਪਹਿਲੀ ਤਾਂ ਇਹ ਕਿ 21 ਤੋਂ 45 ਦਿਨ ਦੇ ਵਿੱਚ ਕਹਿੰਦਾ ਜਿਹੜਾ ਅਸਾਲਮ ਆਫਿਸ ਆ ਉਹਨੇ, ਜਦੋਂ ਤੁਸੀਂ ਬਿਆਨ ਆਪਣੇ ਪਾਸ ਕਰ ਗਏ ਤਾਂ ਤੁਹਾਨੂੰ ਅਸਾਲਮ ਆਫਿਸ ਦੇ ਵਿੱਚ ਇੱਕ ਮੈਰਿਟਸ ਇੰਟਰਵਿਊ ਆਊਗੀ। ਇਹ ਨਵਾਂ ਪ੍ਰੋਸੀਜਰ ਹੈ ਇਹਨਾਂ ਦਾ ਕਿ 21 ਤੋਂ 45 ਦਿਨ ਦੇ ਵਿੱਚ ਅਸਾਲਮ ਆਫਿਸ ਨੇ ਤੁਹਾਨੂੰ ਇੰਟਰਵਿਊ ਦੇਣੀ ਆ ਤੇ ਉਹਨਾਂ ਨੇ ਤੁਹਾਡੇ ਕੇਸ ਦਾ ਫੈਸਲਾ ਪਾਸ ਜਾਂ ਫੇਲ ਕਰਨਾ। ਜੇ ਅਸਾਲਮ ਆਫਿਸ ਨੇ ਤੁਹਾਡਾ ਕੇਸ ਗ੍ਰਾਂਟ ਕਰਤਾ ਤਾਂ ਤੁਹਾਨੂੰ ਉੱਥੇ ਹੀ ਅਸਾਲਮ ਮਿਲ ਜੂਗੀ। ਜੇ ਤੁਹਾਡਾ ਉਹਨਾਂ ਨੇ ਕੇਸ ਫੇਲ ਕਰਤਾ ਤਾਂ 90 ਦਿਨ ਦੇ ਅੰਦਰ ਅੰਦਰ ਇਮੀਗ੍ਰੇਸ਼ਨ ਜੱਜ ਮੂਹਰੇ ਤੁਹਾਡਾ ਕੇਸ ਜਾਊਗਾ। ਤਾਂ ਜਿੱਦਾਂ ਨਾਰਮਲੀ ਹੁਣ ਕਈ ਸਾਲ ਲੱਗਦੇ ਸੀਗੇ, ਉਹੀ ਵਾਲਾ ਫੈਸਲਾ ਹੁਣ ਤੁਹਾਡਾ 90 ਦਿਨ ਦੇ ਵਿੱਚ ਹੋਊਗਾ। ਸੋ ਇਹ ਸਾਰਾ ਕੁਝ ਬਿਲਕੁਲ ਨਵੇਂ ਕੇਸਾਂ ਦੇ ਉੱਤੇ। ਪੁਰਾਣੇ ਜਿਹੜੇ ਚੱਲ ਰਹੇ ਆ ਉਹ ਆਪਣੀ ਉਸੇ ਰਫ਼ਤਾਰ ਦੇ ਨਾਲ ਹੀ, ਉਹ ਤੋਂ ਵੀ ਸਲੋ ਹੀ ਚੱਲਣਗੇ। ਪੁਰਾਣੇ ਵਾਲੇ ਸਲੋ ਹੀ ਚੱਲੂਗੇ, ਉਸੇ ਸਪੀਡ ਨਾਲ ਚੱਲੂਗੇ। ਸਿਰਫ ਜਿਹੜੇ ਨਵੇਂ ਕੇਸ ਆ ਮਈ 31, ਲੋਕੀ ਪਹਿਲਾਂ ਤਰੀਕ ਪੁੱਛਦੇ ਸੀ ਕਿਹੜੀ ਹੈ, ਮਈ 23 ਸੀਗੀ ਪਹਿਲਾਂ, ਹੁਣ ਮਈ 31 ਕਰਤੀ। ਮਈ 31 ਤੋਂ ਬਾਅਦ ਜਿਹੜੇ ਕੇਸ, ਜਿਹੜੇ ਬੰਦੇ ਇਹਨਾਂ ਦੇ ਹੱਥ ਲੱਗੂਗੇ ਉਹਨਾਂ ਤੇ ਇਹ ਜਿਹੜਾ ਨਵਾਂ ਰੂਲ ਆ ਉਹ ਲਾਗੂ ਹੋਊਗਾ ਜੀ। ਸੋ ਇਹ ਜਿਹੜਾ IFR ਆ, ਇੰਟਰਮ ਫਾਈਨਲ ਰੂਲ ਆ, ਇਹ USCIS ਨੂੰ ਕੀ ਜਿਹੜੇ ਕਹਿ ਲਓ ਵੀ ਪਾਵਰਸ ਜਿਹੜਾ ਉਹ ਦੇ ਰਿਹਾ ਆ, ਕੀ ਮਕੈਨਿਕਸ ਆ ਇਸ ਪੂਰੇ ਰੂਲ ਦੇ, ਤੇ ਕਿੱਥੇ ਕਿੱਥੇ ਲਾਗੂ ਕਰੂਗੇ? ਸੋ ਸਭ ਤੋਂ ਪਹਿਲਾਂ ਤਾਂ ਜਦੋਂ ਬੰਦਾ ਬਾਰਡਰ ਟੱਪਦਾ ਅਸਾਲਮ ਆਫਿਸਰ ਦੇ ਮੂਹਰੇ ਜਾਂਦਾ ਸੀਗਾ, ਸੋ ਉਹ ਚੀਜ਼ ਸੇਮ ਹੀ ਆ, ਉਹਦੇ ਵਿੱਚ ਕੋਈ ਬਦਲਾਵ ਨਹੀਂ ਹੋਇਆ, ਉਹ ਉੱਦਾਂ ਹੀ ਚੱਲੂਗੀ। ਕ੍ਰੈਡੀਬਲ ਫੇਅਰ ਇੰਟਰਵਿਊ ਜਿਹਨੂੰ ਬਿਆਨ ਕਿਹਾ ਜਾਂਦਾ, ਉਹ ਬਿਆਨ ਉਹਨਾਂ ਨੂੰ ਦਿਓਗੇ। ਜੇ ਬਿਆਨ ਇਹਦੇ ਫੇਲ ਹੋ ਜਾਂਦੇ ਆ ਤਾਂ ਫਿਰ ਇਹ ਇਮੀਗ੍ਰੇਸ਼ਨ ਜੱਜ ਮੂਹਰੇ ਰੈਫਰ ਕਰ ਦਿੱਤਾ ਜਾਂਦਾ ਸੀਗਾ ਤੇ ਇਮੀਗ੍ਰੇਸ਼ਨ ਜੱਜ ਜਿਹੜਾ ਸੀਗਾ ਇੱਕ ਮੌਕਾ ਉਹਨਾਂ ਨੂੰ ਜਿਹੜਾ ਸੀਗਾ ਹੋਰ ਮਿਲਦਾ ਸੀਗਾ, ਹੈ ਨਾ। ਸੋ ਅੱਜ ਦੀ ਡੇਟ ਦੇ ਵਿੱਚ ਕੀ ਸੀਗਾ ਕਿ ਜਦੋਂ ਬੰਦਾ ਆਪਣੇ ਬਿਆਨ ਪਾਸ ਕਰ ਜਾਂਦਾ ਸੀਗਾ ਤਾਂ ਉਹਨੂੰ ਇਮੀਗ੍ਰੇਸ਼ਨ ਜੱਜ ਮੂਹਰੇ ਰੈਫਰ ਕਰ ਦਿੱਤਾ ਜਾਂਦਾ ਸਿੱਧਾ ਹੀ। ਇਮੀਗ੍ਰੇਸ਼ਨ ਜੱਜ ਜਿਹੜਾ ਹੈਗਾ ਉਹ ਡਿਪਾਰਟਮੈਂਟ ਆਫ ਜਸਟਿਸ ਦੇ ਥੱਲੇ ਆਉਂਦਾ, ਜਿਹੜਾ ਕਿ ਇੱਕ ਐਗਜ਼ੈਕਟਿਵ ਆਫਿਸ ਆਫ ਇਮੀਗ੍ਰੇਸ਼ਨ ਰਿਵਿਊ EOIR ਕਹਿੰਦੇ ਆ, ਉਹਦੇ ਥੱਲੇ ਮਹਿਕਮੇ ਜਿਹੜੇ ਇਹ ਚੱਲਦੇ ਆ। ਤੇ ਹੁਣ ਜਿਹੜਾ ਪ੍ਰੋਸੈਸ ਚੇਂਜ ਹੋਣ ਜਾ ਰਿਹਾ ਉਹ ਇਹ ਚੇਂਜ ਹੋਣ ਜਾ ਰਿਹਾ ਕਿ ਜਦੋਂ ਬਿਆਨ ਬੰਦੇ ਦੇ ਪਾਸ ਹੋ ਗਏ ਉਹ ਡਿਪਾਰਟਮੈਂਟ ਆਫ ਜਸਟਿਸ ਦੇ ਥੱਲੇ ਨਹੀਂ ਜਾਊਗਾ, ਉਹ ਪਹਿਲਾਂ ਫਿਰ ਦੁਬਾਰਾ ਜਿਹੜਾ USCIS ਆ ਅਸਾਲਮ ਆਫਿਸਰ ਦੇ ਮੂਹਰੇ ਉਹਨੂੰ ਇੱਕ ਦੁਬਾਰਾ ਮੌਕਾ ਮਿਲੂਗਾ। ਤੇ ਮਈ 31 2022 ਇਹਨਾਂ ਨੇ ਤਰੀਕ ਰੱਖੀ ਆ ਤੇ ਉਹ ਕਹਿੰਦਾ ਕਿ ਜਿਹੜਾ ਮਈ 31 2022 ਤੋਂ ਬਾਅਦ ਹੁਣ ਜਿਹੜੇ ਬੰਦੇ ਆ ਰਹੇ ਆ ਉਹਨਾਂ ਦੇ ਵਿੱਚੋਂ ਦੀ ਫੇਜ਼ਸ ਦੇ ਵਿੱਚ ਇਹ ਚਲਾਉਗੇ। ਕਹਿਣ ਦਾ ਮਤਲਬ ਇਹ ਹੈ ਕਿ ਸਮਾਲ ਨੰਬਰ, ਮਤਲਬ ਇਹ ਨਹੀਂ ਕਿ ਹਰੇਕ ਬੰਦੇ ਨੂੰ ਉਹਨਾਂ ਨੇ 21 ਦਿਨ 45 ਦਿਨ 'ਚ ਉਹਨਾਂ ਨੇ ਤਰੀਕ ਦੇ ਦੇਣੀ ਆ। ਉਹ ਕਹਿੰਦੇ ਕਿ ਕੁਛ ਉਹਦੇ ਵਿੱਚੋਂ ਦੀ ਜਿਹੜੇ ਕੇਸਿਸ ਆ ਉਹਨਾਂ ਨੂੰ ਉਹ ਕਹਿ ਲਓ ਕਿ ਕਾਈਂਡ ਆਫ ਲਾਈਕ ਅ ਪਾਇਲਟ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਕਰੂਗੇ ਤੇ ਉਹਨਾਂ ਨੂੰ ਇਮੀਗ੍ਰੇਸ਼ਨ ਜੱਜ ਦੀ ਬਜਾਏ ਉਹਨੂੰ ਅਸਾਲਮ ਆਫਿਸ ਦੇ ਮੂਹਰੇ ਭੇਜੂਗੇ ਤੇ 21 ਤੋਂ 45 ਦਿਨ ਦੇ ਵਿੱਚ ਫੈਸਲਾ ਹੋ ਜਾਊਗਾ। ਸੋ ਕਾਫੀ ਬੰਦਿਆਂ ਦੀ ਇਹਦੇ ਨਾਲ ਹੁਣ ਲੋਟਰੀ ਵੀ ਲੱਗ ਸਕਦੀ ਹੈ, ਸਪੈਸ਼ਲੀ ਉਹ ਵਾਲੇ ਲੋਕੀ ਜਿਹੜੇ ਸਤਰਕ ਆ, ਪ੍ਰੋਗਰਾਮ ਸਾਡਾ ਸੁਣਦੇ ਆ, ਜਿਹਨਾਂ ਨੂੰ ਪਤਾ ਬਿਆਨ ਕੀ ਆ, ਕਿੱਦਾਂ ਡਿਟੇਲਡ ਆਪਣੀ ਇੰਟਰਵਿਊ ਦੇ ਸਕਦੇ ਆ। ਸੋ ਜੇ ਕੋਈ ਬੰਦਾ ਪ੍ਰਿਪੇਅਰ ਹੋ ਕੇ ਆਉਂਦਾ ਤਾਂ ਬਹੁਤ ਵੱਡਾ ਚਾਂਸ ਉਹਨਾਂ ਦੇ ਕੋਲ ਕਿ ਥੱਲੇ ਹੀ ਉਹ ਜਿਹੜੇ ਅਸਾਲਮ ਆਫਿਸ ਦੇ, ਕਿਉਂਕਿ ਸਾਰਿਆਂ ਦਾ ਮਕਸਦ ਇਹੀ ਹੈ ਕਿ ਕੋਰਟਸ ਦੇ ਵਿੱਚ ਕੰਮ ਘਟੇ। ਸੋ ਇੱਕ ਬੰਦੇ ਕੋਲ ਚਾਂਸ ਹੋਊਗਾ। ਸੋ ਜਿਹੜਾ ਸਿਆਣਾ ਬੰਦਾ ਆ ਰਿਹਾ, ਸਮਝਦਾਰ ਬੰਦਾ ਆ ਰਿਹਾ, ਬਿਆਨ ਆਪਣੇ ਦੇ ਸਕਦਾ,
ਮੇਰੇ ਹਿਸਾਬ ਨਾਲ ਜੀ। ਕਾਫੀ ਸਾਰੇ ਕੇਸ ਜਿਹੜੇ ਹੈਗਾ 21 ਤੋਂ 45 ਦਿਨ ਦੇ ਵਿੱਚ ਪਾਸ ਹੋ ਸਕਦੇ ਆ, ਜਿਹੜੀ ਕਿ ਮੇਰੇ ਹਿਸਾਬ ਨਾਲ ਕਈ ਲੋਕਾਂ ਲਈ ਕਾਫੀ ਖੁਸ਼ਖਬਰੀ ਹੋਊਗੀ, ਕਈ ਹੂੰ, ਲੋਕਾਂ ਲਈ ਮਾੜੀ ਖਬਰ ਹੋਊਗੀ, ਕਿਉਂਕਿ ਇਨਫ ਟਾਈਮ ਨਹੀਂ ਹੈਗਾ ਅਟਰਨੀ ਨੂੰ ਹਾਇਰ ਕਰਨ ਦਾ, ਪੈਸੇ ਦੇਣ ਦਾ, ਕਿਉਂਕਿ ਬੰਦੇ ਪਹਿਲਾਂ ਹੀ ਪਿੱਛੋਂ ਦੀ ਏਜੰਟਾਂ ਨੂੰ ਹੋਰ ਪੈਸੇ ਪੂਸੇ ਲਾ ਕੇ ਆਏ ਹੁੰਦੇ ਆ, ਹਨਾ, ਤੇ ਕਈ ਵਾਰੀ ਹੂੰ। ਬੰਦਾ ਰੈਡੀ ਨਹੀਂ ਵੀ ਹੁੰਦਾ। ਪਰ ਇਹ ਹੈ ਕਿ ਜਿਹੜਾ ਸਮਝਦਾਰ ਬੰਦਾ, ਜਿਹਨੂੰ ਫਾਈਨੈਂਸ਼ੀਅਲ ਪ੍ਰੋਬਲਮ ਨਹੀਂ ਹੈਗੀ, 21 ਤੋਂ 45 ਦਿਨ ਦੇ ਵਿੱਚ ਉਹਨੂੰ ਫੈਸਲਾ ਹੁੰਦਾ। ਸੋ ਕਈ ਲੋਕਾਂ ਦੇ ਲਈ ਇਹ ਕਾਫੀ ਵਧੀਆ ਖਬਰ ਆ। ਸੋ ਜਿੱਦਾਂ ਆਪਾਂ ਹੁਣ ਗੱਲ ਕਰ ਰਹੇ ਹਾਂ ਅੱਜ, ਸੋ ਇਹ ਆਲਰੇਡੀ ਕਾਨੂੰਨ ਚਾਲੂ ਹੋ ਗਿਆ। ਇਹ ਕਾਨੂੰਨ ਆਲਰੇਡੀ ਚਾਲੂ ਹੋ ਗਿਆ ਮਈ 31 2022। ਇਹਨਾਂ ਨੇ ਆਲਰੇਡੀ ਇਹਨਾਂ ਨੇ ਨਾਮ ਰੱਖਿਆ AMI, ਅਸਾਲਮ ਮੈਰਿਟਸ ਇੰਟਰਵਿਊ। ਅੱਛਾ। ਅਸਾਲਮ ਆਫਿਸ ਦੇ ਮੁਰੇ ਪਹਿਲਾਂ ਤੁਹਾਡੀ ਜੱਜ ਮੁਰੇ ਮੈਰਿਟਸ ਹੀਅਰਿੰਗ ਪੈਂਦੀ ਸੀ, ਜਿਹਨੂੰ ਇੰਡੀਵਿਜੂਅਲ ਹੀਅਰਿੰਗ ਕਹਿੰਦੇ ਸੀ ਲੋਕੀ, ਜਾਂ ਫਾਈਨਲ ਹੀਅਰਿੰਗ ਕਹਿੰਦੇ ਸੀਗੇ। ਤਾਂ ਸੇਮ ਓਕੇ। ਤਰੀਕੇ ਨਾਲ ਹੁਣ ਅਸਾਲਮ ਆਫਿਸਰ ਦੇ ਮੁਰੇ ਇਹਨੂੰ ਅਸਾਲਮ ਮੈਰਿਟਸ ਇੰਟਰਵਿਊ, ਮੈਰਿਟਸ ਇੰਟਰਵਿਊ ਦਾ ਮਤਲਬ ਹੁੰਦਾ ਕਿ ਤੁਹਾਡੀ ਫਾਈਨਲ ਹੀਅਰਿੰਗ। ਸੋ ਅਸਾਲਮ ਆਫਿਸਰ ਦੇ ਮੁਰੇ ਇਹਨੂੰ ਅਸਾਲਮ ਮੈਰਿਟਸ ਇੰਟਰਵਿਊ ਕਿਹਾ ਜਾਊਗਾ, AMI। ਸੋ ਮਈ 31 2022 ਤੋਂ ਬਾਅਦ ਇਹ ਹੁਣ ਤੁਹਾਡੀ ਫਾਈਨਲ ਇੰਟਰਵਿਊ ਸਿੱਧੀ ਜਿਹੜੀ ਅਸਾਲਮ ਆਫਿਸਰ ਮੁਰੇ ਕਈ ਕੇਸਾਂ ਦੀ ਜਿਹੜੀ ਆ ਉਹ ਕਿ ਥੋੜੀ ਗਿਣਤੀ ਦੇ ਵਿੱਚ ਸ਼ੁਰੂ ਕਰੂਗੇ, ਤੇ ਫਿਰ ਉਹ ਦੇਖੂਗੇ ਕਿ ਅੱਗੇ ਇਹ ਲਾਰਜ ਲੈਵਲ ਤੇ ਕਿੱਦਾਂ ਇਹ ਕਰ ਸਕਦੇ ਆ। ਪਹਿਲਾਂ ਇਹ ਕਹਿੰਦੇ ਆ ਕਿ ਜਿਹੜੀ ਟੈਕਸਸ ਦੀਆਂ ਇਹਨਾਂ ਨੇ 2 ਲੋਕੇਸ਼ਨਾਂ ਆਇਡੈਂਟੀਫਾਈ ਕੀਤੀਆਂ, ਠੀਕ ਤੇ ਹੈ। ਜਿਹੜਾ ਟੈਕਸਸ ਦੇ ਡਿਟੈਂਸ਼ਨ ਸੈਂਟਰ ਆ, ਪਹਿਲਾਂ ਇਹ ਕਹਿੰਦੇ ਕਿ ਸਭ ਤੋਂ ਪਹਿਲਾਂ ਇੱਥੇ ਇਹਨਾਂ ਨੇ ਇਹ ਪ੍ਰੋਗਰਾਮ ਜਿਹੜਾ ਸ਼ੁਰੂ ਕਰਨਾ, ਤੇ ਠੀਕ ਅਸਾਲਮ ਹੈ। ਆਫਿਸਰ ਇੱਥੇ ਫੋਨ ਰਾਹੀਂ ਕਹਿੰਦੇ ਕਿ ਇਹ 2 ਲੋਕੇਸ਼ਨਸ ਦੇ ਉੱਤੇ ਇੰਟਰਵਿਊ ਲਊਗੇ, ਤੇ ਜੇ ਇੱਥੇ ਕੇਸ ਪਾਸ ਹੋ ਗਿਆ ਤੇ ਦੈਟਸ ਇਟ, ਉੱਥੇ ਉਹਨਾਂ ਨੂੰ ਜਿਹੜਾ ਹੈਗਾ ਅਪਰੂਵਲ ਦੇ ਕੇ ਤੇ ਗ੍ਰੀਨ ਕਾਰਡ ਵਾਲੇ ਰਾਹ ਜਿਹੜਾ ਤੋਰ ਦੋਗੇ। 3 ਤੋਂ 5 ਹਫ਼ਤੇ ਦੇ ਵਿੱਚ ਪਾਰ ਨਤਾਰਾ ਹੋ ਸਕਦਾ ਬੇਸਿਕਲੀ। ਤੁਸੀਂ ਦੇਖ ਲਓ ਕਿ ਕਈਆਂ ਨੂੰ ਘਰਦਿਆਂ ਨੂੰ ਫੋਨ ਨਹੀਂ ਜਾਂਦਾ ਮੁੰਡਿਆਂ ਦਾ ਕਿ 3 ਤੋਂ 5 ਹਫ਼ਤੇ, ਤਾਂ ਬੰਦਾ, ਮੈਂ ਕਿਹਾ ਜਿਹੜਾ ਦੀ ਹੁਣ ਲੋਟਰੀ ਲੱਗੀ ਤਾਂ ਉਹ ਜਾ ਕੇ ਕਹਿ ਸਕਦੇ ਕਿ ਮੇਰਾ ਤਾਂ ਕੇਸ ਪਾਸ ਵੀ ਹੋ ਗਿਆ, ਹਨਾ। ਪਾਸ ਵੀ ਹੋ ਗਿਆ। ਜੀ, ਜੀ। ਸੋ ਬਹੁਤ ਤੇਜ਼ੀ ਜਿਹੜੀ ਲਿਆਉਣ ਦੀ, ਇਹ ਇੱਕ ਵਾਰੀ ਫਿਰ ਆਪਾਂ ਕਲੀਅਰ ਕਰ ਦਈਏ, ਹਰ ਇੱਕ ਕੇਸ ਦੇ ਨਾਲ ਨਹੀਂ। ਜਿੱਦਾਂ ਇਹਨਾਂ ਨੇ ਦੱਸਿਆ ਵੀ ਟੈਕਸਸ ਦੇ 2 ਜਿਹੜੇ ਡਿਟੈਂਸ਼ਨ ਫੈਸਿਲਿਟੀਜ਼ ਉਹ ਉਹਨਾਂ ਨੇ ਹਾਲ ਦੀ ਘੜੀ ਇਸ ਦੇ ਵਿੱਚ ਉਹ ਦੇਖੀਆਂ ਆ, ਉਹ ਨਿਸ਼ਾਨਦੇਹੀ ਕੀਤੀ ਵੀ ਉੱਥੋਂ ਕਰਨਗੇ, ਤੇ ਕਰਨਾ ਵੀ ਟੈਲੀਫੋਨ ਦੇ ਨਾਲ। ਇਹ ਤਾਂ ਬੜੇ ਕਾਲੇ ਬੜੇ ਤੱਤੇ ਹੀ ਫਿਰਦੇ ਆ ਵੀ ਜਾਂ ਆਰ ਕਰੋ ਜਾਂ ਪਾਰ ਕਰੋ। ਸੋ ਜਿਹੜੀ AMI ਆ, ਉਹ ਕੀ ਕ੍ਰੈਡੀਬਲ ਫੇਅਰ ਇੰਟਰਵਿਊ ਦੇ ਨਾਲੋਂ ਕੋਈ ਵੱਖਰੀ ਆ, ਜਾਂ ਉਹ ਸੇਮ ਥਿੰਗ ਹੀ ਹੋਊਗੀ ਫਿਰ ਇੱਕ ਚੀਜ਼? ਨਹੀਂ, ਪਹਿਲਾਂ ਤੁਹਾਡੀ ਕ੍ਰੈਡੀਬਲ ਫੇਅਰ ਇੰਟਰਵਿਊ ਹੋਣੀ ਆ, ਪਹਿਲੇ ਬਿਆਨ ਜਿਹੜੇ ਹੋਣੇ ਆ ਜਿੱਦਾਂ ਪਹਿਲਾਂ ਸੀਗੇ ਉਦਾਂ ਹੀ ਹੋਣੇ ਆ। ਜੇ ਤੁਸੀਂ ਬਿਆਨ ਪਾਸ ਕਰਦੇ ਆ ਫਿਰ ਤੁਹਾਡੀ AMI ਹੋਣੀ ਆ। ਪਹਿਲਾਂ ਅੱਛਾ, ਕੀ ਬਹੁਤ ਸੀਗਾ, ਜਲਦੀ ਆਪਸ ਦੇ ਵਿੱਚ ਦੋਨਾਂ 'ਚ ਫਾਸਲਾ ਜ਼ਿਆਦਾ ਨਹੀਂ ਹੋਊਗਾ ਫਿਰ। ਪਹਿਲਾਂ ਤੁਸੀਂ ਬਿਆਨ ਜਦੋਂ ਪਾਸ ਕਰਦੇ ਸੀਗੇ ਤੁਹਾਨੂੰ ਜੱਜ ਮੁਰੇ ਭੇਜ ਦਿੱਤਾ ਜਾਂਦਾ ਸੀਗਾ, ਹੁਣ ਇਹਨਾਂ ਨੇ ਹੂੰ। ਅਸਾਲਮ ਆਫਿਸਰ ਦੇ ਮੁਰੇ ਭੇਜਣਾ। ਠੀਕ ਆ। ਸੋ ਕੌਣ ਹੋਊਗਾ ਇਸ ਦੇ ਸਬਜੈਕਟ, ਇਸ ਪ੍ਰੋਸੈਸ 'ਚ ਕਿਹਨੂੰ ਪਾਇਆ ਜਾਊਗਾ? ਸੋ ਪਹਿਲਾਂ ਤਾਂ ਪ੍ਰੋਸੀਜਰ ਥੋੜਾ ਜਿਹਾ ਐਕਸਪਲੇਨ ਕਰ ਦਈਏ ਲੋਕਾਂ ਨੂੰ, ਜਿਹਨਾਂ ਨੂੰ ਨਹੀਂ ਸਮਝ ਲੱਗਣਾ। ਜੀ। ਪਹਿਲਾਂ ਤਾਂ ਜਿਹੜਾ ਬੰਦਾ ਆਇਆ, ਬਾਰਡਰ ਟੱਪਿਆ, ਪੇਪਰ ਪੂਪਰ ਨਹੀਂ ਹੈਗੇ, ਉਹਨੂੰ ਐਕਸਪੀਡਾਈਟਡ ਰਿਮੂਵਲ ਦੇ ਵਿੱਚ ਪਾਤਾ ਕਿ ਦੱਸ ਬਈ ਤੈਨੂੰ ਕਿਉਂ ਇੱਥੇ ਰੋਕਿਆ ਜਾਵੇ। ਉਹਦੇ ਬਿਆਨ ਹੁੰਦੇ ਸੀਗੇ। ਸੋ ਬਿਆਨ ਪਹਿਲੇ ਤਰੀਕੇ ਦੇ ਨਾਲ ਹੀ ਹੋਊਗੇ। ਸੋ ਜੇ ਬਿਆਨ ਉਹ ਪਾਸ ਕਰ ਗਿਆ ਤੇ ਫਿਰ ਆਪਣੀ ਉਹ ਕਹਿੰਦੇ ਆ ਕਿ ਇੱਕ ਲੀਗਲ ਓਰੀਐਂਟੇਸ਼ਨ ਪ੍ਰੋਗਰਾਮ ਉਹਨਾਂ ਨੂੰ ਦੇਣਾ, ਕੋਈ ਵੀਡੀਓ ਦਿਖਾਓਗੇ ਉਹਨਾਂ ਨੂੰ ਕਿ ਅਸਾਲਮ ਦਾ ਪ੍ਰੋਸੈਸ ਕੀ ਹੈ, ਕਿੱਦਾਂ। ਤੇ ਇਸ ਦੌਰਾਨ ਉਹ ਆਪਣੇ ਵਕੀਲ ਵਗੈਰਾ ਵੀ ਹਾਇਰ ਕਰ ਸਕਦੇ ਆਪਣੇ ਰਿਸ਼ਤੇਦਾਰਾਂ ਦੇ ਥਰੂ। ਸੋ ਪਹਿਲਾਂ ਦੱਸ ਦਈਏ ਕਿ ਸਾਨੂੰ ਜੇਲ੍ਹਾਂ ਤੋਂ ਫੋਨ ਕਾਫੀ ਜਿਹੜੇ ਆਉਂਦੇ ਆ, ਤੇ ਜੇਲ੍ਹਾਂ 'ਚੋਂ ਫੋਨ ਆਪਾਂ ਚੁੱਕ ਨਹੀਂ ਸਕਦੇ ਕਿਉਂਕਿ ਆਪਾਂ ਬੈਕ ਕਾਲ ਜਿਹੜੀ ਤਕਰੀਬਨ ਉਹ ਕਰਦੇ ਆ। ਸੋ ਜੇ ਕੋਈ ਸਾਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹ ਆਪਣੇ ਰਿਸ਼ਤੇਦਾਰ ਜਾਂ ਸੱਜਣ ਮਿੱਤਰਾਂ ਦੇ ਥਰੂ ਹੀ ਸਾਨੂੰ ਕੰਟੈਕਟ ਕਰ ਸਕਦੇ। ਸਿੱਧੇ ਡਾਇਰੈਕਟ ਜੇਲ੍ਹ 'ਚੋਂ ਜਿਹੜੇ ਕਾਲ ਆ ਰਹੇ ਆ, ਕਿਉਂਕਿ ਨੰਬਰ ਪਤਾ ਨਹੀਂ, ਸੇਮ ਨੰਬਰ ਆ, ਬੈਕ ਕਾਲ ਉੱਥੇ ਜਾਂਦੀ ਨਹੀਂ, ਸੋ ਉਹ ਪੋਸੀਬਲ ਨਹੀਂ ਹੈ। ਸੋ ਇਹ ਹੈ ਕਿ ਇੱਕ ਨਾ ਇੱਕ ਤੁਹਾਡਾ ਜੇ ਕੇਅਰ ਟੇਕਰ ਇਹ ਪ੍ਰੋਸੈਸ ਦੇ ਵਿੱਚ ਹੋਵੇ ਲਈ ਹੈ, ਨਹੀਂ ਤਾਂ ਥੋੜਾ ਜਿਹਾ ਔਖਾ ਹੋ ਜਾਣਾ ਸਾਰੇ ਵਕੀਲਾਂ ਨੂੰ। ਸੋ ਉਹ ਕਹਿੰਦੇ ਪਹਿਲਾਂ ਤੁਹਾਨੂੰ ਇੱਕ ਲੀਗਲ ਓਰੀਐਂਟੇਸ਼ਨ ਪ੍ਰੋਗਰਾਮ ਦੇਣਾ, ਤੇ ਜੇ ਤੁਸੀਂ ਬੇਸਿਕਲੀ ਪਾਸ ਕਰ ਗਏ ਤਾਂ ਤੁਹਾਨੂੰ ਉਹਨਾਂ ਨੇ ਬਿਆਨ ਤੁਹਾਡੇ ਪਾਸ ਹੋ ਗਏ ਤਾਂ ਅਸਾਲਮ ਆਫਿਸਰ ਮੋਰੇ AMI ਤੁਹਾਡੀ ਲੱਗ ਜਾਣੀ ਹੈ। ਜੇ ਤੁਹਾਡੇ ਬਿਆਨ ਫੇਲ ਹੋ ਗਏ ਤਾਂ ਤੁਹਾਨੂੰ ਇਮੀਗ੍ਰੇਸ਼ਨ ਜੱਜ ਮੋਰੇ ਤੁਹਾਨੂੰ ਇੱਕ ਹੋਰ ਮੌਕਾ ਹੋਊਗਾ ਆਪਣੇ ਬਿਆਨ ਪਾਸ ਕਰਾਉਣ ਦਾ। ਜੇ ਇਮੀਗ੍ਰੇਸ਼ਨ ਜੱਜ ਮੋਰੇ ਵੀ ਤੁਸੀਂ ਬਿਆਨ ਆਪਣੇ ਫੇਲ ਹੋ ਗਏ ਤਾਂ ਇੱਕ ਮੌਕਾ ਹੋਰ ਆ, USCIS ਕੋ ਆਪਣੇ ਆਪ ਹੀ ਤੁਹਾਡੇ ਬਿਨਾਂ ਕਹੇ ਉਹ ਦੁਬਾਰਾ ਰੀਕਨਸੀਡਰ ਕਰ ਸਕਦੇ ਆ ਕਿ ਇਹ ਬੰਦੇ ਨੂੰ ਛੱਡਣਾ ਕਿ ਵਾਪਸ ਭੇਜਣਾ। ਜੇ ਉਹਨਾਂ ਨੇ ਕਿਹਾ ਵਾਪਸ ਭੇਜਣਾ ਤਾਂ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿ ਵਿਜੇ ਕੁਮਾਰ ਵਾਲਾ ਜਿਹੜਾ ਵਿਜੇ ਕੁਮਾਰ ਥੇਰਾਸਿਗੀਅਮ ਦਾ ਜਿਹੜਾ ਸੁਪਰੀਮ ਕੋਰਟ ਦਾ ਕੇਸ ਸੀਗਾ, ਉਹਦੇ ਥੱਲੇ ਉੱਤੇ ਜਾ ਕੇ ਰਿਵਿਊ ਨਹੀਂ ਹੋ ਸਕਦਾ ਦੂਸਰੀ ਅਦਾਲਤ ਦੇ ਵਿੱਚ। ਜੁਡੀਸ਼ੀਅਲ ਰਿਵਿਊ ਦਾ ਜਿਹੜਾ ਰਸਤਾ ਸੀਗਾ ਉਹ ਬੰਦ ਕਰਤਾ ਵਿਜੇ ਕੁਮਾਰ ਦੇ ਕੇਸ ਨੇ। ਸੋ ਜੇ ਤੁਹਾਡਾ ਬਿਆਨ ਤੁਹਾਡੇ ਫੇਲ ਹੋ ਗਏ ਤੇ ਇਮੀਗ੍ਰੇਸ਼ਨ ਜੱਜ ਨੇ ਤੁਹਾਡੇ ਬਿਆਨ ਫੇਲ ਕਰਤੇ, ਤੁਹਾਡੀ ਗੇਮ ਓਵਰ ਆ, ਕੁਛ ਤੁਹਾਨੂੰ ਕੋਈ ਨਹੀਂ ਬਚਾ ਸਕਦਾ। ਤੇ ਜਿਹੜਾ ਲਾਸਟ ਟਾਈਮ ਆਪਾਂ ਪਟੇਲ ਵਾਲਾ ਕੇਸ ਕੀਤਾ ਸੀ, ਉਹ ਵੀ ਕਿਤੇ ਇਸ ਦੇ ਉੱਤੇ ਆ ਜਾਊਗਾ ਵੀ ਜੇ ਕਿਤੇ ਬਾਈ ਚਾਂਸ ਹਰ ਥਾਂ ਤੋਂ ਇਦਾਂ ਫੇਲ ਆ ਰਿਵਿਊ ਵਗੈਰਾ ਜਿਹੜਾ ਵੀ ਉਹਦੇ ਅੰਦਰ ਸੀਗਾ? ਜਿਹੜੇ ਬਿਆਨ ਫੇਲ ਵਾਲੇ ਦਾ ਦਰਵਾਜ਼ਾ ਵਿਜੇ ਕੁਮਾਰ ਦੇ ਕੇਸ ਨੇ ਬੰਦ ਕਰਤਾ। ਜਿਹੜਾ ਪਟੇਲ ਦਾ ਕੇਸ ਸੀਗਾ, ਪਟੇਲ ਵਾਲੇ ਦੇ ਕੇਸ ਨੇ ਦਰਵਾਜ਼ਾ ਇਹ ਬੰਦ ਕੀਤਾ ਕਿ ਜਿਹੜੇ ਫੈਕਟਸ ਹੈਗੇ ਆ ਉਹ ਇਮੀਗ੍ਰੇਸ਼ਨ ਜੱਜ ਨੇ ਭਾਵੇਂ ਗਲਤ ਜਾਂ ਸਹੀ ਜਿੱਦਾਂ ਵੀ ਡਿਸਾਈਡ ਕੀਤੇ ਆ, ਜਿਹੜੇ ਸਰਕਿਟ ਕੋਰਟ ਆ ਉਹ ਫੈਕਟਸ ਦੁਆਰਾ ਤੁਹਾਡੇ ਡਿਸਾਈਡ ਨਹੀਂ ਕਰ ਸਕਦਾ। ਸੋ ਜੇ ਜੱਜ ਨੇ ਕਿਹਾ ਕਿ ਨਹੀਂ ਇਹਦੇ ਇਦਾਂ ਸੀਗੇ, ਬੰਦਾ ਗਲਤ ਆ, ਮੈਨੂੰ ਇਹਦਾ ਡਿਮੀਨਰ ਸਹੀ ਨਹੀਂ ਲੱਗਦਾ,
ਤੇ ਉਹਦੇ ਵਿੱਚ ਜਿਹੜੀ ਜੱਜ ਦੀ ਸੇ ਆ ਉਹ ਫਾਈਨਲ ਹੋਊਗੀ। ਸੋ ਜਿਹੜਾ ਪਟੇਲ ਦਾ ਕੇਸ, ਜਿਹੜਾ ਵਿਜੇ ਕੁਮਾਰ ਦਾ ਕੇਸ ਆ, ਉਹ ਉੱਪਰਲੀ ਅਦਾਲਤ ਦੇ ਵਿੱਚ ਕੇਸ ਜਾਣ ਤੋਂ ਰੋਕਦਾ। ਜਿਹੜਾ ਪਟੇਲ ਦਾ ਕੇਸ ਆ ਉਹ ਉੱਪਰਲੀ ਅਦਾਲਤ ਦੇ ਵਿੱਚ ਕੇਸ ਜਾਣ ਤੋਂ ਨਹੀਂ ਰੋਕਦਾ, ਉਹ ਉੱਪਰਲੀ ਅਦਾਲਤ ਕੀ ਚੀਜ਼ ਤੇ ਫੈਸਲਾ ਕਰ ਸਕਦੀ ਹੈ, ਨਹੀਂ ਕਰ ਸਕਦੀ, ਉਹਨੂੰ ਡਿਫਾਈਨ ਕਰਦਾ। ਸੋ ਦੋ ਅਲੱਗ-ਅਲੱਗ ਕੇਸ ਆ, ਦੋਨੋਂ ਹੀ ਬੇਸਿਕਲੀ ਮਾੜੇ ਫੈਸਲੇ ਆ ਆਪਣੇ ਪੰਜਾਬੀ ਕੇਸਾਂ ਦੇ ਲਈ। ਜੀ, ਜੀ। ਸੋ ਜਿੱਦਾਂ ਤੁਸੀਂ ਹੁਣ ਜ਼ਿਕਰ ਕਰ ਰਹੇ ਸੀਗੇ ਵੀ ਓਰੀਐਂਟੇਸ਼ਨ ਦੇਣੀ ਆ, ਸੋ ਇਹ ਜਿਹੜਾ ਇੱਕ ਇਹਨਾਂ ਨੇ ਪ੍ਰੋਸੈਸ ਜਿਹੜਾ ਇਸ ਦੇ ਵਿੱਚ ਬਣਾਇਆ ਹੈਗਾ ਆ, ਸੋ ਬੰਦੇ ਦੇ ਨਾਲ ਇੰਨਾ ਕੁਛ ਤੇਜ਼ੀ ਦੇ ਨਾਲ ਘਟ ਰਿਹਾ, ਉਹ ਤੇ ਬਹੁਤ ਦਬਾਅ ਦੇ ਵਿੱਚ ਰਹੂਗਾ, ਮੈਂ ਕੀ ਕਰਾਂ, ਕਿੱਦਾਂ ਕਰਾਂ, ਸੋ ਉਹਨੂੰ ਕੀ ਸਲਾਹ ਹੈ ਜੀ ਫਿਰ? ਬੰਦਾ ਕਾਫੀ ਦਬਾਅ ਦੇ ਵਿੱਚ ਰਹੂਗਾ। ਹਾਂਜੀ, ਸੋ ਇਸ ਪਹਿਲੂ ਤੋਂ ਕਈ ਲੋਕੀ ਇਦਾਂ ਦੇ ਆ ਜਿਹਨਾਂ ਕੋਲ ਪੈਸੇ ਨਹੀਂ ਹੋਊਗੇ, ਜਿਹਨਾਂ ਦੇ ਕੰਟੈਕਟ ਨਹੀਂ ਹੋਊਗੇ, ਰਿਲੇਟਿਵਸ ਨਹੀਂ, ਦੋਸਤ ਨਹੀਂ ਹੈਗੇ। ਸੋ ਕਾਫੀ ਸਾਰੇ ਜਿਹੜੇ ਲੋਕ ਆ ਉਹ ਇਸ ਪ੍ਰੋਸੈਸ ਦੇ ਵਿੱਚ ਬਰਨਡ ਵੀ ਹੋ ਸਕਦੇ ਆ, ਕਿ ਮਤਲਬ ਉਹਨਾਂ ਨੂੰ ਪਤਾ ਨਾ ਲੱਗੇ, ਹੋ ਸਕਦਾ ਉਹਨਾਂ ਨੂੰ ਨੌਲੇਜ ਨਾ ਇੰਨੀ ਹੋਵੇ। ਹਰੇਕ ਬੰਦਾ ਤਾਂ ਹੁਣ ਐਕਸੈਸ ਨਹੀਂ ਹੈਗਾ ਰੇਡੀਓ ਦਾ, ਸੋਸ਼ਲ ਮੀਡੀਆ ਦਾ, ਹੈ ਨਾ। ਸੋ ਕਾਫੀ ਸਾਰੇ ਬੰਦੇ ਉਹਨਾਂ ਨੂੰ ਨਹੀਂ ਵੀ ਪਤਾ ਹੁੰਦਾ। ਸੋ ਕਾਫੀ ਸਾਰੇ ਲੋਕਾਂ ਦਾ ਨੁਕਸਾਨ ਵੀ ਹੋਊਗਾ। ਪਰ ਇਹਦੇ ਵਿੱਚ ਇੱਕ ਵੀਡੀਓ ਪਾਈ ਸੀਗੀ ਮੈਂ ਟਿਕਟੌਕ ਤੇ, ਇੱਕ ਯੂਜ਼ਰ ਨੇ ਕਮੈਂਟ ਦਿੱਤਾ ਸੀਗਾ, ਕਹਿੰਦਾ ਭਾਜੀ ਇਹਦੇ ਵਿੱਚ ਨਾ ਸਿਰਫ ਸਮਾਰਟ ਬੰਦੇ ਜਿਹੜੇ ਆ ਉਹ ਪਾਸ ਹੋਣੇ ਆ। ਬੰਦੇ ਦੀ ਗੱਲ ਬਿਲਕੁਲ ਸਹੀ ਸੀਗੀ। ਇਹ ਪ੍ਰੋਸੈਸ ਦੇ ਵਿੱਚ ਸਮਾਰਟ ਬੰਦੇ ਜਿਹੜੇ ਆ ਆਪਣੇ ਬਿਆਨ ਸਾਰੇ ਕੰਸਿਸਟੈਂਸੀ ਰੱਖ ਸਕਦੇ ਆ, ਉਹੀ ਪਾਸ ਹੋ ਗਏ। ਜੀ, ਜੀ। ਸੋ ਇਹ ਜਿੱਦਾਂ ਤੁਸੀਂ ਹੁਣ ਪ੍ਰੋਸੈਸ ਐਕਸਪਲੇਨ ਕਰ ਰਹੇ ਸੀ, ਉਸ ਦੇ ਅੱਗੇ ਫਿਰ ਕੀ ਆ ਵੀ ਜਦੋਂ ਕੌਣ ਇਹਦੇ ਵਿੱਚ ਇਸ ਨੂੰ ਕਿਹਦੇ ਉੱਤੇ ਜਿਹੜਾ AMI ਜਿਹੜਾ ਉਹ ਲਾਇਆ ਜਾਊਗਾ? ਸੋ AMI ਜਿੱਦਾਂ ਦੱਸਿਆ ਕਿ ਫੇਜ਼ਡ ਇੰਪਲੀਮੈਂਟੇਸ਼ਨ ਆ। ਸੋ ਇਹ ਗੱਲ ਧਿਆਨ ਨਾਲ ਸੁਣਿਓ ਕਿ ਜਿਹੜਾ ਬੰਦਾ ਹੁਣ ਜਿਹੜਾ ਬੰਦਾ 6 ਸ਼ਹਿਰ ਉਹਨਾਂ ਨੇ ਆਇਡੈਂਟੀਫਾਈ ਕੀਤੇ ਆ, ਬੋਸਟਨ, LA, ਮਿਆਮੀ, ਨਿਊਯਾਰਕ ਜਿਹੜਾ ਨਿਊ ਜਰਸੀ ਵਾਲਾ ਹੈਗਾ, ਤੇ ਸੈਨ ਫਰਾਂਸਿਸਕੋ। ਜਿਹੜਾ ਬੰਦਾ ਕਹਿੰਦਾ ਕਿ ਮੈਂ ਆਹ 6 ਸ਼ਹਿਰਾਂ ਦੇ ਵਿੱਚ ਜਾ ਕੇ ਰਹਿਣਾ ਵਾ, ਬੋਸਟਨ, LA, ਮਿਆਮੀ, ਨਿਊਯਾਰਕ, ਸੈਨ ਫਰਾਂਸਿਸਕੋ, ਠੀਕ ਹੈ। ਸਿਰਫ ਇਹ ਵਾਲੇ ਬੰਦਿਆਂ ਤੇ ਜਿਹੜਾ ਇਹ ਪ੍ਰੋਸੈਸ ਹੁਣ ਇਸ ਵੇਲੇ ਲੱਗੂਗਾ। ਜਿਹੜੇ ਸਾਰੇ ਅਸਾਈਲਮ ਆਫਿਸ ਹੈਗੇ ਆ ਉਹ ਅਜੇ ਇਕਵਿਪ ਨਹੀਂ ਹੈਗੇ, ਜਿੱਦਾਂ ਆਪਾਂ ਦੱਸਿਆ ਕਿ ਫੇਜ਼ਸ 'ਚ ਕਰਨਾ। ਸੋ ਪਹਿਲਾਂ ਇਹ ਜਿਹੜੇ 6 ਸ਼ਹਿਰ ਜਿਹੜੇ ਆਉਂਦੇ ਆ, ਤੇ ਸਾਡੀ ਜਿਹੜੀ ਜ਼ਿਆਦਾ ਆਡੀਅנס ਆ ਪੰਜਾਬੀ ਜ਼ਿਆਦਾਤਰ LA, ਨਿਊਯਾਰਕ ਤੇ ਸੈਨ ਫਰਾਂਸਿਸਕੋ ਹੀ ਲਾਉਂਦੇ ਆ ਤਕਰੀਬਨ ਜਿਹੜੇ ਕੇਸ ਹੈਗੇ ਆ। ਸੋ ਇਹ ਤਿੰਨੋਂ ਹੀ ਸ਼ਹਿਰ ਜਿਹੜੇ ਹੈਗੇ ਆ ਇਹਦੇ ਵਿੱਚ ਕਵਰਡ ਆ। ਸੋ ਜਦੋਂ ਇਹ ਬੰਦਾ ਦੱਸਦਾ ਕਿ ਆਪਾਂ ਉੱਥੇ ਜਾਣਾ, ਤਾਂ ਉਹਨਾਂ ਨੂੰ ਇਹ AMI ਜਿਹੜੀ ਪ੍ਰੋਵੀਜ਼ਨ ਦਊਗੇ। ਜੇ ਬੰਦਾ ਹੁਣ ਕਵੇ ਮੈਂ ਟੈਨਸੀ ਜਾਣਾ, ਮੈਂ ਜਾਰਜੀਆ ਜਾਣਾ, ਉਹ ਬੰਦਿਆਂ ਨੂੰ ਉਹ AMI ਨਹੀਂ ਦੇ ਸਕਦੇ, ਕਿਉਂਕਿ ਉਹ ਵਾਲੇ ਜਿਹੜੇ ਅਸਾਈਲਮ ਆਫਿਸ ਆ ਉਹ ਇਹ ਵਾਲੀ ਜਿਹੜੀ ਪ੍ਰੋਵੀਜ਼ਨ ਆ ਉਹ ਪ੍ਰੋਵਾਈਡ ਨਹੀਂ ਕਰ ਰਹੇ। ਸੋ ਬਿਲਕੁਲ ਜਿਹਨੂੰ ਤਾਂ ਲੱਗਦਾ ਵੀ ਉਹਦੇ ਕੇਸ ਤੇ ਫੈਕਟ ਪੈਟਰਨ ਬਿਲਕੁਲ ਸਹੀ ਆ, ਸਾਰਾ ਕੁਝ ਦਰੁਸਤ ਆ, ਉਹ ਇਹ ਸ਼ਹਿਰ ਕਹਿ ਸਕਦਾ। ਜਿਹਨੂੰ ਲੱਗਦਾ ਵੀ ਅਜੇ ਕੁਛ ਟਾਈਮ ਲੱਗੂਗਾ ਦਸਤਾਵੇਜ਼ਾਂ ਦੇ ਲਈ, ਉਹ ਕੁਛ ਹੋਰ ਕਹਿ ਸਕਦਾ। ਸੋ ਬੇਸਿਕਲੀ ਰਾਹ ਬੰਦਾ ਬਣਾ ਸਕਦਾ ਆ ਵੀ ਮੈਂ ਕਿੱਧਰਲੇ ਪਾਸੇ ਨੂੰ ਜਾਣਾ, ਵੀ ਮੈਂ ਕਿਹੜੇ ਪ੍ਰੋਸੈਸ ਦੇ ਥਰੂ ਲੰਘਾਂ। ਕੀ ਇਵੈਂਚੁਅਲੀ ਇਹਨਾਂ ਦਾ ਮਨ ਹੈਗਾ ਵੀ ਸਾਰਿਆਂ ਨੂੰ ਹੀ AMI ਦੇ ਵਿੱਚੋਂ ਕੱਢਣਾ ਹੈ? ਇਵੈਂਚੁਅਲੀ ਮੈਨੂੰ ਲੱਗਦਾ ਇਹਨਾਂ ਦਾ ਹੋ ਕੀ ਰਿਹਾ ਕਿ ਇਹਨਾਂ ਨੇ ਹੁਣ ਬਹੁਤ ਜ਼ਿਆਦਾ ਜਿਹੜੇ ਪੈਂਡਿੰਗ ਕੇਸ ਉਹਨਾਂ ਨਾਲ ਧੱਕਾ ਕਰਨਾ ਥੋੜਾ ਜਿਹਾ। ਕੀ ਹੋ ਰਿਹਾ ਕਿ ਇੰਡੀਵਿਜੂਅਲ ਹੀਅਰਿੰਗ ਆ ਰਹੀ, ਮਾਸਟਰ ਹੀਅਰਿੰਗ ਆ ਰਹੀ, ਸਿੱਧਾ ਹੀ ਜਿਹੜੇ ਬੈਕ ਟੂ ਬੈਕ ਉਦਣ ਦੱਸਦਾ ਸੀ ਬੰਦਾ, ਕਲਾਇੰਟ ਦੱਸਿਆ, ਉਹਨੇ ਸਾਨੂੰ ਅਪੀਲ ਲਈ ਹਾਇਰ ਕੀਤਾ, ਕਹਿੰਦਾ ਮੇਰੀ ਤਰੀਕ ਸੀਗੀ LA, ਕਹਿੰਦਾ ਜੱਜ ਨੂੰ ਕਹਿੰਦਾ ਪਤਾ ਨਹੀਂ ਕੀ ਹੋਇਆ, ਕਹਿੰਦਾ ਸਾਰੇ ਕਹਿੰਦਾ 10 ਕਹਿੰਦਾ ਮੇਰੇ ਤੋਂ ਅੱਗੇ ਵਾਲੇ ਜਿੰਨੇ ਕੇਸ ਸੀਗੇ ਚੱਲ ਡਿਸਮਿਸ PD ਆ ਗਈ, ਡਿਸਮਿਸ ਕੋਈ ਗੱਲ ਨਾ ਸੁਣੇ, ਕਹਿੰਦਾ ਜਾਓ ਦੁਬਾਰਾ, ਕਹਿੰਦਾ ਥੱਲੇ ਜਾਓ ਫਾਈਲ ਕਰੋ, ਉੱਪਰ ਜਾਓ ਫਾਈਲ ਕਰੋ, ਕਹਿੰਦਾ ਮੇਰੀ ਹੈਡੇਕ ਨਹੀਂ ਹੈਗੀ, ਕਹਿੰਦਾ ਗੱਲ ਸੁਣੇ ਨਾ, ਕਹਿੰਦਾ ਸਿੱਧੇ ਚੱਕ ਕੇ ਡਿਸਮਿਸ ਹੋਏ। ਇਹ ਹੈ ਕਿ 1.5 ਮਿਲੀਅਨ ਕੇਸ ਪੈਂਡਿੰਗ ਆ, 10 ਸਾਲ ਤੋਂ ਕੋਈ ਲੋਕੀ ਵੇਟ ਕਰ ਰਹੇ ਆ। ਪਰ ਇਦਾਂ ਕਿ ਠੀਕ ਆ ਲੋਕੀ ਵੇਟ ਕਰ ਰਹੇ ਆ, ਪਰ ਲਾਅ ਆ ਜੇ ਤੁਹਾਡੀ ਉਹਨਾਂ ਦੇ ਹੱਥ ਦੇ ਵਿੱਚ ਆ। ਜਿਹੜੇ ਤਾਂ ਸੈਨ ਫਰਾਂਸਿਸਕੋ ਵਗੈਰਾ, ਹੁਣ ਇਹ ਹੈ ਕਿ ਇੱਥੇ ਹੁਣ ਜਿਹੜੀ ਚੀਜ਼ ਆ ਜਾਂਦੀ ਹੈ ਕਿ ਸੈਨ ਫਰਾਂਸਿਸਕੋ ਜਿਹਦਾ ਨਾਈਸ ਕੋਰਟ ਆ, ਨਾਈਸ ਜੱਜ ਆ, ਉਹ ਤੁਹਾਡੇ ਕੰਮ ਆ ਜਾਊਗੇ। ਪਰ ਜਿਹੜੇ ਹੁਣ ਕਈ ਜੱਜ ਸਾਨੂੰ ਪਤਾ ਹੀ ਆ ਸਾਰਿਆਂ ਨੂੰ, ਹੈ ਨਾ, ਕਿੱਦਾਂ ਦੀ ਕੋਰਟ ਆ। ਸੋ ਕਾਫੀ ਜ਼ਿਆਦਾ ਮਾਸ ਲੈਵਲ ਤੇ ਇਹਨਾਂ ਨੇ ਜਿਹੜੇ ਕੇਸ ਆ ਉਹ ਡਿਸਮਿਸ ਜਿਹੜੇ ਉਹ ਕਰ ਦੇਣੇ ਆ। ਸੋ PD ਜਿਹਨੂੰ ਦੇਖ ਕੇ ਕਿਤੇ ਇੱਕ ਟਾਈਮ ਦੇ ਉੱਤੇ ਸ਼ਾਇਦ ਕੋਈ ਲੋਕ ਕਹਿ ਰਹੇ ਸੀਗੇ ਵੀ ਕੰਮ ਠੀਕ ਹੋ ਸਕਦਾ, ਪਰ ਉਸ ਦਾ ਖਾਮਿਆਜ਼ਾ ਵੀ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਵੀ ਭੁਗਤਣਾ ਪੈ ਰਿਹਾ ਆ। ਕਈ ਲੋਕ ਤਾਂ ਕਹਿੰਦੇ ਹੋਣੇ ਯਾਰ ਹਾਨੇ ਬੰਦੇ ਕਰੇ ਪਾਸ ਜਾਂ ਕਰੇ ਫੇਲ, ਇੱਕ ਪਾਸੇ ਜਿਹੜਾ ਹੋ ਲਾਵੇ। ਸੋ ਜੇ ਪੁਰਾਣੇ ਪ੍ਰੋਸੈਸ ਦੇ ਨਾਲ ਇਸ ਨੂੰ ਜਿਹੜਾ ਉਹ ਕੰਪੇਅਰ ਕੀਤਾ ਜਾਵੇ, ਕਿ ਫਿਰ ਵੀ ਇਹਨਾਂ ਲੋਕਾਂ ਨੂੰ ਜਿਹੜੇ ਵੀ ਆ ਰਹੇ ਆ ਉਹਨਾਂ ਨੂੰ ਅਸਾਈਲਮ ਫਾਈਲ ਕਰਨਾ ਪਊਗਾ, ਟਾਈਮ ਫਰੇਮ ਬਹੁਤ ਜ਼ਿਆਦਾ ਨੈਰੋ ਜਿਹੜਾ ਉਹ ਹੋ ਗਿਆ, ਬਹੁਤ ਥੋੜਾ ਸਮਾਂ ਆ, ਡਾਕੂਮੈਂਟ ਸਬਮਿਟ ਕਰਨੇ, ਇਕੱਠੇ ਕਰਨੇ, ਉਹ ਕਿੱਦਾਂ ਹੋਊਗਾ? ਟਾਈਮ ਫਰੇਮ ਤਾਂ ਜੀ ਕਾਫੀ ਜ਼ਿਆਦਾ ਜਿਹੜਾ ਨੈਰੋ ਹੋ ਗਿਆ ਹੁਣ। ਸੋ ਇਦਾਂ ਕਿ ਜਿਹੜੇ ਵੀ ਲੋਕਾਂ ਨੂੰ ਪਹਿਲਾਂ AMI ਦੇ ਵਿੱਚ ਪਲੇਸ ਕਰੂਗੇ, ਪਹਿਲਾਂ ਤਾਂ ਉਹਨਾਂ ਨੂੰ ਜਿਹੜੀ ਕਿ ਉਹਨਾਂ ਦੇ ਬਿਆਨ ਜਿਹੜੇ ਪਾਸ ਹੋ ਗਏ ਉਹਦਾ ਨੋਟਿਸ ਜਾਊਗਾ। ਤੇ ਜੇ ਉਹਨਾਂ ਦੇ ਬਿਆਨ ਇੱਕ ਵਾਰੀ ਪਾਸ ਹੋ ਗਏ, ਉਹਨਾਂ ਨੇ ਕਿਹਾ ਕਿ ਜਦੋਂ ਬਿਆਨ ਉਹਨਾਂ ਦੇ ਪਾਸ ਹੁੰਦੇ ਆ ਉਹ ਆਟੋਮੈਟਿਕਲੀ ਅਸਾਈਲਮ ਐਪਲੀਕੇਸ਼ਨ ਦੇ ਵਿੱਚ ਕਨਵਰਟ ਹੋ ਜਾਊਗੇ। ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਦੁਬਾਰਾ 589 ਐਪਲੀਕੇਸ਼ਨ ਜਿਹੜੀ ਫਾਈਲ ਕਰਨੀ ਪੈਣੀ ਹੈ।
ਮਤਲਬ ਕਿ ਉਹ ਇਹ ਕਹਿ ਰਿਹਾ ਕਿ ਹੁਣ ਜੇ ਤੁਹਾਡੇ ਬਿਆਨ ਪਾਸ ਹੋ ਗਏ, ਤੁਹਾਡੀ ਆਟੋਮੈਟਿਕਲੀ ਕਹਿ ਲਓ ਕਿ ਅਸਾਲਮ ਆਫਿਸ ਜਿਹੜੀ ਅਸਾਲਮ ਦੀ ਜਿਹੜੀ 589 ਐਪਲੀਕੇਸ਼ਨ ਆ ਉਹ ਫਾਈਲ ਹੋ ਗਈ, ਤੇ ਜਿਹੜੀ ਸਰਵਿਸ ਡੇਟ ਮਤਲਬ ਕਿ ਤੁਹਾਨੂੰ ਜਦੋਂ ਉਹਨਾਂ ਨੇ ਦੱਸਿਆ ਕਿ ਤੁਹਾਡੇ ਬਿਆਨ ਜਦੋਂ ਪਾਸ ਹੋਏ ਆ, ਉਹ ਤੁਹਾਡੀ ਪਹਿਲਾ ਦਿਨ ਮੰਨਿਆ ਜਾਊਗਾ ਅਸਾਲਮ ਐਪਲੀਕੇਸ਼ਨ ਦਾ। ਉਦੋਂ ਤੋਂ ਤੁਹਾਡੀ ਜਿਹੜੀ ਵਰਕ ਪਰਮਿਟ ਆ ਉਹਦੀ ਕਲੌਕ ਜਿਹੜੀ ਉਹ ਸ਼ੁਰੂ ਹੋ ਗਈ। ਠੀਕ ਹੈ। ਤੇ ਜਦੋਂ ਉਹਨਾਂ ਨੇ ਤੁਹਾਨੂੰ ਦੱਸਤਾ ਕਿ ਤੁਹਾਡੇ ਬਿਆਨ ਜਿਹੜੇ ਪਾਸ ਹੋ ਗਏ ਆ, ਤਾਂ 21 ਦਿਨ ਤੋਂ 45 ਦਿਨ ਦੇ ਵਿੱਚ ਤੁਹਾਨੂੰ ਜਿਹੜੀ ਆ ਅਸਾਲਮ ਆਫਿਸ ਮੈਰਿਟਸ AMI ਜਿਹੜੀ ਇੰਟਰਵਿਊ ਉਹ ਤੁਹਾਡੀ ਆਊਗੀ। ਇਹਦੇ ਨਾਲ ਉਹ ਇਹ ਕਹਿ ਰਿਹਾ ਕਿ ਇਹ ਲੋਕਾਂ ਨੂੰ ਇਹ ਕੋਈ ਨਾ ਕੋਈ GPS ਜਾਂ ਫੋਨ ਦੀ ਜਿਹੜੀ ਐਪ ਵਗੈਰਾ ਪਾ ਕੇ ਉਹਨੂੰ ਛੱਡ ਸਕਦੇ ਆ, ਤਾਂ ਕਿ ਉਹ ਆਪਣੀ ਕੰਪਲਾਇੰਸ ਕਰਨ, ਰਿਪੋਰਟਿੰਗ ਵਗੈਰਾ ਇੰਟਰਵਿਊ ਦੇਣ, ਤਾਂ ਹੀਅਰਿੰਗ ਆ ਕੇ ਦੇਣ ਕਿ ਗਾਇਬ ਨਾ ਹੋਣ। ਤੇ ਹੁਣ ਤੁਸੀਂ ਜਿਹੜਾ ਸਵਾਲ ਪੁੱਛਿਆ ਕਿ ਲੋਕਾਂ ਦੇ ਪ੍ਰੈਸ਼ਰ ਕਿੱਦਾਂ ਜਾਊਗਾ, ਸੋ ਕੀ ਹੈ ਕਿ ਜਦੋਂ ਇਹਨਾਂ ਕੋਲ ਆਪਣੀ ਜਿਹੜੀ ਤਰੀਕ ਇਹਨਾਂ ਦੀ ਹੈਗੀ ਆ ਉਸ ਤੋਂ 7 ਦਿਨ ਪਹਿਲਾਂ, ਜੇ ਇਨ ਪਰਸਨ ਇਹਨਾਂ ਨੇ ਸਬਮਿਟ ਕਰਨਾ, ਜੇ ਡਾਕ ਰਾਹੀਂ ਸਬਮਿਟ ਕਰਨਾ ਤਾਂ 10 ਦਿਨ ਪਹਿਲਾਂ ਇਹਨਾਂ ਨੂੰ ਆਪਣਾ ਜਾਂ ਤਾਂ ਆਪਣੇ ਬਿਆਨ ਜਿਹੜੇ ਸਹੀ ਕਰਾਣੇ ਪੈਣੇ ਆ ਜੇ ਕੋਈ ਗੜਬੜ ਹੋਈ ਆ, ਜਾਂ ਉਹਨਾਂ ਨੂੰ ਕੋਈ ਵੀ ਨਵਾਂ ਡਾਕੂਮੈਂਟਸ ਵਗੈਰਾ ਕੋਈ ਵੀ ਜਿਹੜੇ ਦੇਣੇ ਆ ਉਹ 10 ਦਿਨ ਪਹਿਲਾਂ ਦੇਣੇ ਆ। ਸੋ ਇਹ ਚੀਜ਼ ਨੂੰ ਤੁਸੀਂ ਦੇਖੋ ਕਿ ਇੱਕ ਬੰਦਾ ਜੇਲ੍ਹ ਦੇ ਵਿੱਚ ਬੰਦ ਆ, ਉਹਨੂੰ ਦੱਸਿਆ ਗਿਆ ਕਿ ਤੇਰੀ ਹੁਣ ਇੰਟਰਵਿਊ ਆਪਾਂ ਸਕੈਜੂਲ ਕਰ ਦੇਣੀ ਹੈ। ਜਿਹੜੀ ਇੰਟਰਵਿਊ ਸਕੈਜੂਲ ਕਰਨੀ ਆ ਉਹ 21 ਤੋਂ 45 ਦਿਨ ਦੇ ਵਿੱਚ ਉਹਨਾਂ ਨੇ ਕਰਨੀ ਆ। ਮੰਨ ਲਓ ਕਿ ਕਿਸੇ ਦੀ 21ਵੇਂ ਦਿਨ ਉਹਨਾਂ ਨੇ ਕਰਤੀ, ਤੇ ਉਹ ਬੰਦੇ ਨੂੰ ਉਹਨੇ ਕਿਹਾ ਕਿ ਤੁਸੀਂ 10 ਦਿਨ ਪਹਿਲਾਂ ਮਤਲਬ ਕਿ 11ਵੇਂ ਦਿਨ ਤੱਕ ਤੁਸੀਂ ਆਪਣੇ ਜਿਹੜੇ ਡਾਕੂਮੈਂਟ ਸਾਰੇ ਸਬਮਿਟ ਕਰਾਣੇ ਆ। ਸੋ 11 ਦਿਨ ਬਚੇ ਓਕੋ ਤੇ ਵਕੀਲ ਕੋ ਕੰਮ ਕਰਨ ਲਈ, ਮਤਲਬ ਕਿ ਉਹ 11 ਦਿਨ ਦੇ ਵਿੱਚ ਉਹਨੇ ਵਕੀਲ ਲੱਭਣਾ, ਆਪਣੇ ਡਾਕੂਮੈਂਟ ਸਬਮਿਟ ਕਰਾਣੇ, ਇੰਡੀਆ ਤੋਂ ਆਪਣੇ ਐਫੀਡੇਵਿਟ ਮੰਗਾਣੇ ਆ। ਸੋ ਇਹ ਤੁਸੀਂ ਆਪ ਹਿਸਾਬ ਲਾ ਲਓ ਕਿ ਕਿੱਦਾਂ ਬਾਕੀ ਜਿਹੜੇ ਪ੍ਰੋਸੈਸ ਚੋਂ ਗਏ ਆ ਉਹਨਾਂ ਨੂੰ ਪਤਾ ਹੀ ਆ ਕਿ 11 ਦਿਨ ਦੇ ਵਿੱਚ ਤੁਸੀਂ ਵਕੀਲ ਲੱਭ ਕੇ, ਇੰਡੀਆ ਤੋਂ ਡਾਕੂਮੈਂਟ ਮੰਗਾ ਕੇ, ਇੱਥੋਂ ਵਕੀਲ ਦੇ ਨਾਲ ਆਪਣੀ ਡੈਕਲੇਰੇਸ਼ਨ ਬਣਾ ਕੇ, ਐਫੀਡੇਵਿਟ ਵਗੈਰਾ ਸਾਰੇ ਚੈੱਕ ਕਰਾ ਕੇ, ਡੈਕਲੇਰੇਸ਼ਨ ਚੈੱਕ ਕਰਾ ਕੇ ਜਮ੍ਹਾਂ ਕਰਾਣੀ ਹੈ। ਇਹ ਤਾਂ ਵਾਕਿਆ ਬਹੁਤ ਜ਼ਿਆਦਾ ਦਬਾਅ ਆ। ਸੁਣ ਕੇ ਤਾਂ ਇਦਾਂ ਲੱਗਦਾ ਵੀ ਅਨਡੂਏਬਲ ਜੀ ਜਿਹੜੀ ਇੱਕ ਹਿਸਾਬ ਦੇ ਨਾਲ ਗੱਲ ਜਿਹੜੀ ਉਹ ਲੱਗਦੀ ਆ। ਪਰ ਜਿੱਦਾਂ ਤੁਸੀਂ ਕਿਹਾ ਵੀ ਕਾਨੂੰਨ ਆ, ਹੋ ਸਕਦਾ ਵੀ ਇਸ ਨੂੰ ਵਾਪਸ ਲੈ ਲੈਣ, ਹੋ ਸਕਦਾ ਇਸ ਦੇ ਵਿੱਚ ਚੇਂਜ ਹੋਣ, ਪਰ ਹਾਲ ਦੀ ਘੜੀ ਜਿਹੜਾ ਆ ਉਹ ਇਸ ਟਾਈਮ ਇਹੀ ਆ 21 ਤੋਂ 45 ਦਿਨ ਦੇ ਵਿੱਚ ਜੇ ਕੋਈ ਅਸਾਈਲਮ ਦੇ ਲਈ ਅਪਲਾਈ ਕਰ ਰਿਹਾ ਤੇ ਜੇ ਉਹ AMI ਦੇ ਅੰਡਰ ਆਉਂਦਾ ਆ ਤਾਂ ਉਹਦਾ ਜਲਦੀ ਜਿਹੜਾ ਨਿਪਟਾਰਾ ਹੋਊਗਾ। ਉਹ ਬੰਦਾ ਕੀ ਕਰੂਗਾ ਜਿਹਦਾ ਕੇਸ ਡਿਨਾਈ ਹੋ ਜਾਂਦਾ, ਉਹਦੇ ਲਈ ਅੱਗੇ ਕੀ ਪ੍ਰੋਸੈਸ ਆ? ਉਹਦਾ ਫਿਰ ਜੱਜ ਦੇ ਕੋਲ ਜਾਊਗਾ ਕੇਸ ਆਪਣਾ, ਤੇ ਜੱਜ ਦੇ ਕੋਲ ਹੁਣ ਕੀ ਸੀਗਾ ਕਿ ਨਾਰਮਲੀ ਤਾਂ ਆਪਾਂ ਦੇਖਿਆ ਸੈਕਸ਼ਨ 240 ਜਿਹੜਾ ਹੈਗਾ ਨਾਰਮਲੀ ਉਹਦੇ ਥੱਲੇ ਪ੍ਰੋਸੀਡਿੰਗ ਜਿਹੜੀਆਂ ਉਹ ਚੱਲਦੀਆਂ, ਤੇ ਉਹ ਜਿਹੜਾ ਪ੍ਰੋਸੈਸ ਸੀਗਾ ਮਕੈਨਿਕਸ ਉਹਦੇ ਉਹੀ ਰਹਿਣੇ ਆ, ਕੋਰਟ ਸਿਸਟਮ ਸਾਰਾ ਉਹੀ ਰਹਿਣਾ। ਪਰ ਜਿੱਦਾਂ ਹੁਣ ਆਪਾਂ ਦੇਖਦੇ ਹਾਂ ਕਿ ਮੁੰਡਿਆਂ ਦੇ 4-4 5-5 ਸਾਲ ਜਿਹੜੇ ਇਮੀਗ੍ਰੇਸ਼ਨ ਕੋਰਟ 'ਚ ਆਮ ਲੱਗ ਜਾਂਦੇ ਆ, ਉਹ ਇਹ ਕਹਿ ਰਿਹਾ ਕਿ ਇਹ 90 ਦਿਨ ਦੇ ਵਿੱਚ ਫੈਸਲਾ ਹੋ ਜਾਊਗਾ ਹੁਣ। ਜੀ ਸੋ ਤੇ ਆਪਾਂ ਨਾਲੇ ਵੀ ਦੱਸਦੇ ਜੀ ਕਿ ਜਿਹੜੇ ਡਾਕਟ ਮਤਲਬ ਕਿ ਜਿਹੜਾ ਜੱਜ ਦਾ ਸਕੈਜੂਲ ਕੀ ਹੈ ਕਿ ਜਿਹੜੇ 6 ਸ਼ਹਿਰ ਆਪਾਂ ਉੱਪਰ ਦੱਸੇ ਆ, ਇਹਦੇ ਜਿਹੜੇ ਜੱਜ ਹੈਗੇ ਇਹਨਾਂ ਦੇ ਡਾਕਟ ਇਹਨਾਂ ਨੇ ਹੁਣ ਕਲੀਅਰ ਕਰਨੇ ਆ। ਤੇ ਇਹ ਆਪਾਂ ਦੇਖ ਰਹੇ ਹਾਂ ਕਿ ਨਿਊਯਾਰਕ ਦੇ ਵਿੱਚ, ਸੈਨ ਫਰਾਂਸਿਸਕੋ ਦੇ ਵਿੱਚ ਕਾਫੀ ਜ਼ਿਆਦਾ ਇਹਨਾਂ ਨੇ ਨਵੇਂ ਜਿਹੜੇ ਜੱਜ ਆ ਉਹ ਵੀ ਭਰਤੀ ਕੀਤੇ ਆ। ਠੀਕ ਹੈ। ਤੇ ਇਹਨਾਂ ਨੂੰ ਹੁਣ ਇਹ ਸਪੈਸ਼ਲ ਕਹਿ ਲਓ ਕਿ ਇੱਕ ਕੋਟਾ ਇਹਨਾਂ ਨੂੰ ਰੱਖਿਆ ਜਾਊਗਾ ਕਿ ਇਹ ਸਾਰੇ ਜਿਹੜੀਆਂ ਪੇਸ਼ੀਆਂ ਪਾਉਗੇ 90 ਦਿਨ ਦੇ ਵਿੱਚ ਫੈਸਲੇ ਕਰੂਗੇ। ਜੀ ਸੋ ਜਿਹੜਾ ਬੋਸਟਨ, LA, ਮਿਆਮੀ, ਨਿਊਯਾਰਕ ਤੇ ਜਿਹੜਾ ਸੈਨ ਫਰਾਂਸਿਸਕੋ ਦੇ ਅਦਾਲਤਾਂ ਨੇ ਇਮੀਗ੍ਰੇਸ਼ਨ ਵਾਲੀਆਂ, ਉੱਥੇ ਜਿਹੜਾ ਤੇਜ਼ੀ ਦੇ ਨਾਲ ਇਹ ਕੰਮ ਹੋਊਗਾ। ਤੇ ਕੰਮ ਵੀ ਇਹਨਾਂ ਨੇ ਹੁਣ ਜੱਜ ਦੀ ਬਜਾਏ ਥੱਲੇ ਹੀ ਜਿਹੜਾ ਉਹ ਰੱਖ ਲਿਆ USCIS ਨੇ, ਕਾਈਂਡ ਆਫ ਆਪਣੇ ਕੋਈ ਜਿਹੜਾ ਉਹ ਤੇਜ਼ੀ ਜਿਹੜੀ ਉਸ ਦੇ ਵਿੱਚ ਕਰਨ ਦੀ ਜਿਹੜੀ ਉਹ ਹੈਗੀ ਆ। ਬਿਆਨ ਪਾਸ ਆ, AMI ਵਾਲਾ ਪਾਸ ਆ ਤਾਂ ਤੁਹਾਨੂੰ ਅਸਾਈਲਮ ਮਿੰਟੋ ਮਿੰਟੀ, ਨਹੀਂ ਤਾਂ ਮਿੰਟੋ ਮਿੰਟੀ ਬਾਹਰ ਦਾ ਜਿਹੜਾ ਉਹ ਰਾਹ। ਸੋ ਇਹਦਾ ਮਤਲਬ ਆ ਵੀ ਫਿਰ ਲੋਕਾਂ ਨੂੰ ਫਿਰ ਜਿਹੜੇ ਜਹਾਜ਼ ਭਰ ਕੇ ਜਾਣ ਵਾਲੀਆਂ ਖਬਰਾਂ ਆ ਉਹ ਵੀ ਤੇਜ਼ ਹੋਣਗੀਆਂ ਫਿਰ ਇਸ ਹਿਸਾਬ ਨਾਲ। ਤਾਂ ਕਿਉਂ ਦੇਖੋ ਹੁਣ ਇਦਾਂ ਕਿ ਜੇ ਬਿਆਨ ਉਹਦੇ ਫੇਲ ਹੋ ਗਏ, ਅਸਾਈਲਮ ਆਫਿਸਰ ਨੇ ਫੇਲ ਕਰਤਾ, ਤਾਂ ਜੱਜ ਕੋ ਜਾਊਗਾ, ਤੇ ਜੱਜ ਨੇ ਵੀ 90 ਦਿਨ ਮਤਲਬ ਕਹਿਣ ਦਾ ਕਿ 6 ਮਹੀਨੇ ਦੇ ਵਿੱਚ ਬੰਦੇ ਦਾ ਕੰਮ ਉਹਨਾਂ ਨੇ ਨਿਪਟਾ ਦੇਣਾ ਜੱਜ ਦੇ ਲੈਵਲ ਤੇ। ਹੁਣ ਕੀ ਹੈ ਕਿ ਜੇ ਤੁਸੀਂ ਪੈਸੇ ਦੇਖੋ ਕਿ ਇੱਕ ਬੰਦੇ ਪਹਿਲਾਂ ਪੈਸੇ ਖਰਚ ਕੇ ਆਇਆ, ਅਸਾਈਲਮ ਆਫਿਸਰ ਦਾ ਜਿਹੜਾ ਪੈਸਾ 2-3 ਸਾਲ 'ਚ ਦਿੰਦਾ ਸੀ ਉਹਨੇ ਪਹਿਲਾਂ ਦਿੱਤਾ 21 ਦਿਨਾਂ ਦੇ ਵਿੱਚ। ਹੁਣ ਜੇ ਉਹ ਜੱਜ ਦਾ ਜਿਹੜਾ ਪੈਸਾ ਵਾ ਉਹ ਵੀ ਉਹਨੂੰ ਦੇਣਾ ਪੈ ਗਿਆ ਆਪਣਾ 90 ਦਿਨਾਂ ਦੇ ਅੰਦਰ। ਜੇ ਉੱਥੇ ਉਹ ਕੇਸ ਹਾਰ ਜਾਂਦਾ ਫਿਰ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਉੱਥੇ ਆ ਗਿਆ। ਹੁਣ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਇੰਨੇ ਤਾਂ ਪੈਸੇ ਆਪਣਾ ਜਦੋਂ ਈਵਨ ਜਿਹੜਾ ਬੰਦਾ ਚੰਗਾ ਖਾਸਾ ਕੰਮ ਕਰ ਰਿਹਾ ਉਹ ਵੀ ਨਹੀਂ ਇੰਨੇ ਪੈਸੇ ਦੇ ਸਕਦਾ। ਹੁਣ ਮੈਂ ਕਿਹਾ ਸਾਰਾ ਤਾਂ ਬੈਕ ਟੂ ਬੈਕ ਤਾਂ ਤੁਸੀਂ ਕਰ ਨਹੀਂ ਸਕਦੇ ਕਿ ਇੰਨੇ ਜ਼ਿਆਦਾ ਵਕੀਲ ਹਾਇਰ ਕਰ ਲੈਣੇ ਕਿ ਉੱਤੇ BIA, ਸਰਕਿਟ ਕੋਰਟ ਮਹਿੰਗੇ ਪ੍ਰੋਸੈਸ ਆ। ਸੋ ਮਾੜੀ ਖਬਰ ਵੀ ਆ, ਚੰਗੀ ਖਬਰ ਵੀ ਆ, ਕਈਆਂ ਨੂੰ ਚੰਗੀ ਲੱਗਣੀ ਹੈ, ਕਈਆਂ ਨੂੰ ਮਾੜੀ ਲੱਗਣੀ ਹੈ। ਹੁਣ ਦੇਖੋ ਆਪਣਾ ਸੋਚਣ ਦਾ ਨਜ਼ਰੀਆ। ਸੋ ਇਹ ਹੈ ਕਿ ਅਗੇਨ ਕਿ ਜਿਹੜਾ ਤੇਜ਼ ਬੰਦਾ ਵਾ ਬਿਆਨ ਆਪਣੇ
ਸਹੀ ਤਰੀਕੇ ਨਾਲ ਹੈਂਡਲ ਕਰ ਸਕਦਾ ਵਾ, ਉਹਨੂੰ ਇਸ ਚੀਜ਼ ਦਾ ਜ਼ਰੂਰ ਫਾਇਦਾ, ਕਿਉਂਕਿ ਉਹਨਾਂ ਨੇ ਟਾਈਮ ਦਾ ਪ੍ਰੈਸ਼ਰ ਇੰਨਾ ਕੁ ਪਾਤਾ ਅਸਾਲਮ ਅਫਸਰਾਂ ਦੇ ਤੇ ਜੱਜ ਦੇ ਉੱਤੇ। ਜਦੋਂ ਆਪਾਂ ਦੇਖਿਆ ਕਿ ਟਰੰਪ ਨੇ ਵੀ ਇਦਾਂ ਹੀ ਕੀਤਾ ਸੀਗਾ ਕਿ ਲਾਸਟ ਇਨ ਫਸਟ ਆਊਟ ਕੀ ਫਟਾਫਟ ਕਰਨੇ ਆ, ਕਾਫੀ ਕੇਸ ਜਿਹੜੇ 45 ਦਿਨ ਦੇ ਵਿੱਚ ਪਾਸ ਹੋਏ ਸੀਗੇ। ਸੋ ਇਹ ਹੈ ਕਿ ਕਾਫੀ ਸਾਰੇ ਲੋਕਾਂ ਨੂੰ ਫਾਇਦਾ ਵੀ ਹੋਊਗਾ ਕਿ ਸਿੱਧੇ ਹੀ ਥੱਲੜੇ ਲੈਵਲ ਤੇ ਉਹਨਾਂ ਦਾ ਪਾਸ ਹੋ ਗਿਆ। ਤੇ ਦੇਖਦੇ ਆ, ਇਹ ਤਾਂ ਹੁਣ ਵਕਤ ਹੀ ਦੱਸੂਗਾ ਕਿ 1 ਸਾਲ 2 ਸਾਲ ਦੇ ਅੰਦਰ ਹੀ ਪਤਾ ਲੱਗੂਗਾ ਕਿ ਇਹਦਾ ਹੁਣ ਲੋਕਾਂ ਨੂੰ ਓਵਰਆਲ ਫਾਇਦਾ ਕਿ ਨੁਕਸਾਨ ਆ। ਪੀਡੀ ਦਾ ਤਾਂ ਕੁਝ ਮਹੀਨੇ ਅਸੀਂ ਲੋਕਾਂ ਨੂੰ ਕਈਆਂ ਨੂੰ ਪਤਾ ਲੱਗ ਰਿਹਾ ਆ ਵੀ ਕੀ ਕੁਛ ਉਸ ਦੇ ਨਾਲ ਲੋਕਾਂ ਦੇ ਉੱਤੇ ਜਿਹੜਾ ਉਹ ਹੋ ਰਿਹਾ ਹੈਗਾ। ਸੋ ਵਕੇਸ਼ਨ ਤੇ ਆ ਅਟਾਰਨੀ ਟੇਕਿਆ ਨਾ ਹੋਣੀ, ਪਰ ਫਿਰ ਵੀ ਉਹਨਾਂ ਨੇ ਆਪਣੇ ਲਈ ਜਿਹੜਾ ਇਹ ਸਮਾਂ ਕੱਢਿਆ। ਅਸੀਂ ਉਸ ਚੀਜ਼ ਦੇ ਲਈ ਅਸੀਂ ਇਹਨਾਂ ਦਾ ਥੈਂਕ ਯੂ ਕਰਦੇ ਹਾਂ। ਤੇ ਬਰੀਫਲੀ ਜੇ ਤੁਸੀਂ ਲਾਸਟ ਦੇ ਵਿੱਚ ਇਹ ਸਾਰਾ ਕੁਛ, ਜੇ ਕੁਝ ਸ਼ਬਦਾਂ ਦੇ ਵਿੱਚ ਜਿਹੜਾ IFR ਹੈਗਾ ਆ, AMI ਆ, ਇਸ ਨੂੰ ਜੇ ਤੁਸੀਂ ਬਰੀਫਲੀ ਸਕਵੀਜ਼ ਕਰਕੇ ਜੇ ਤੁਸੀਂ ਦੱਸ ਦਿਓ ਵੀ ਆਹ ਚੀਜ਼ ਹੋਣ ਲੱਗੀ ਆ, ਤਾਂ ਜੋ ਫਿਰ ਸਾਰਿਆਂ ਨੂੰ ਜਿਹੜਾ ਪਤਾ ਲੱਗ ਜੇ ਬਰੀਫਲੀ ਇਹਦੇ ਵਿੱਚ। ਬਰੀਫਲੀ ਇਹੀ ਹੈ ਕਿ ਜਿਹਦਾ ਕੋਈ ਸੱਜਣ ਮਿੱਤਰ, ਭੈਣ ਭਰਾ, ਕੋਈ ਵੀ ਯਾਰ ਦੋਸਤ ਪਿੰਡੂ ਤੁਰਿਆ ਵਾ, ਉਹਨੂੰ ਦੱਸ ਦਿਓ ਸਿੱਧੇ ਕਿ ਪਹਿਲੇ ਵਾਲੀਆਂ ਗੱਲਾਂ ਨਹੀਂ, ਤੈਨੂੰ ਆਂਦੇ ਪੈਂਦੀ ਸੱਟੇ ਸਾਰਾ ਤੇਰਾ ਜਿਹੜਾ ਇਮਤਿਹਾਨ ਆ, ਜਿਹੜਾ ਆਪਾਂ 4 ਸਾਲਾਂ 'ਚ ਜਿਹੜੀ ਸਾਡੀ ਤਿਆਰੀ ਹੁੰਦੀ ਸੀ, ਤੈਨੂੰ ਉਹ ਆ ਕੇ ਉਹਨਾਂ ਨੇ 21 ਦਿਨ ਦੇ ਅੰਦਰ ਪੁੱਛ ਲੈਣੀ ਆ। ਤੇ ਅਮਰੀਕਾ ਆਉਣ ਤੋਂ ਪਹਿਲਾਂ ਇਹ ਨਹੀਂ ਕਿ ਸਿਰਫ ਅਮਰੀਕਾ ਆਉਣ ਤੇ ਜ਼ੋਰ ਆ, ਤੈਨੂੰ ਪਤਾ ਹੋਣਾ ਚਾਹੀਦਾ ਕਿ ਕੀ ਚੀਜ਼ ਆ, ਅਸਾਲਮ ਕਿੱਦਾਂ ਵਾ, ਕੀ ਸਵਾਲ ਪੁੱਛੇ ਜਾਂਦੇ ਆ। ਜਿਹੜੇ ਪਹਿਲੇ ਤੇਰੇ ਬਿਆਨ ਹੋਣੇ ਆ ਉਹਦੇ ਵਿੱਚ ਤੂੰ ਵਕੀਲ ਵੀ ਨਹੀਂ ਲੈ ਕੇ ਜਾ ਸਕਦਾ, ਤੈਨੂੰ ਆਪਣੀ ਸਮਝ ਦੇ ਨਾਲ ਆਪਣਾ ਬਿਆਨ ਦੇਣਾ ਪੈਣਾ। ਤੇ ਹੋ ਸਕਦਾ ਕਿ ਤੂੰ ਡਿਟੈਂਸ਼ਨ ਦੇ ਵਿੱਚ ਹੀ ਰਵੇਂ, ਤੈਨੂੰ ਉੱਥੇ ਵਕੀਲ ਕਰਨਾ ਪੈਣਾ, ਫਿਰ ਤੂੰ ਉੱਥੋਂ ਫੋਨ ਦੇ ਰਾਹੀਂ ਗੱਲ ਕਰੂੰਗਾ, ਉਹ ਬਣਾਊਂਗਾ, ਆਪਣਾ ਕੇਸ ਤਿਆਰ ਕਰੂੰਗਾ। ਤਾਂ ਤੈਨੂੰ ਸਾਰਾ ਪਤਾ ਹੋਣਾ ਚਾਹੀਦਾ। ਪਿੱਛੇ ਵੀ ਆਪਣਾ ਜਿਹੜਾ ਘਰਦਿਆਂ ਨੂੰ ਕਹਿ ਕੇ ਆਈ, ਜਿਹੜੇ ਵੀ ਐਫੀਡੈਵਿਟ ਹੈਗੇ ਆ, ਰੈਡੀ ਹੋਣੇ ਚਾਹੀਦੇ ਆ, ਕਿਉਂਕਿ ਜਿਹੜਾ 11 12 15 ਦਿਨਾਂ ਦਾ ਜਿਹੜਾ ਟਾਈਮ ਆ ਉਹ ਇਨਫ ਟਾਈਮ ਨਹੀਂ ਹੈਗਾ। ਸੋ ਮੁੱਖ ਦੀ ਗੱਲ ਇਹਦੇ ਵਿੱਚ ਇਹ ਹੈ ਕਿ ਜੋ ਹੈ ਸੋ ਹੈ, ਉਹ ਤਾਂ ਸਾਰਿਆਂ ਨੂੰ ਐਡਜਸਟ ਕਰਨਾ ਪੈਣਾ, ਕਿਸੇ ਦੀ ਚੋਇਸ ਨਹੀਂ। ਬੰਦਿਆਂ ਨੂੰ ਵੀ ਐਡਜਸਟ ਕਰਨਾ ਪੈਣਾ, ਲਾਇਰਸ ਨੂੰ ਵੀ ਐਡਜਸਟ ਕਰਨਾ ਪੈਣਾ, ਜੱਜਾਂ ਨੂੰ ਵੀ ਕਰਨਾ ਪੈ ਰਿਹਾ ਵਾ। ਠੀਕ ਹੈ, ਰੂਲ ਉਹਨਾਂ ਨੇ ਬਣਾਤਾ। ਸੋ ਮੁੱਖ ਦੀ ਗੱਲ ਇਹਦੀ ਇਹ ਹੈ ਕਿ ਸਾਨੂੰ ਐਡਜਸਟ ਹੀ ਕਰਨਾ ਪੈਣਾ। ਸੋ ਇਹਦੇ ਵਿੱਚ ਇਹ ਹੈ ਕਿ ਹੁਣ ਜਿੱਦਾਂ ਦੱਸਿਆ ਕਿ ਟਿਕਟੌਕ ਤੇ ਇੱਕ ਯੂਜ਼ਰ ਨੇ ਕਮੈਂਟ ਪਾਇਆ ਸੀਗਾ ਕਿ ਭਾਜੀ ਉਹੀ ਕੇਸ ਪਾਸ ਹੋਣੇ ਆ ਜਿਹੜਾ ਬੰਦਾ ਸਿਆਣਾ। ਸੋ ਮੈਨੂੰ ਵੀ ਉਹੀ ਲੱਗ ਰਿਹਾ ਕਿ ਜਿਹੜਾ ਬੰਦਾ ਸਿਆਣਾ, ਜਿਹਨੂੰ ਸਾਰਾ ਯਾਦ ਆ, ਆਪਣੀ ਡੇਟਸ ਵਗੈਰਾ ਯਾਦ ਆ, ਪ੍ਰੀਪੇਅਰਡ ਆਇਆ, ਉਹੀ ਬੰਦਾ ਜਿਹੜਾ ਉਹ ਤਰ ਸਕੂਗਾ। ਤੇ ਕਾਫੀ ਜ਼ਿਆਦਾ ਇਹਦੇ ਵਿੱਚ ਡੁੱਬੂਗੇ ਵੀ ਲੋਕੀ। ਸਮੇਂ ਸੀਮਾ ਵੀ ਬਹੁਤ ਨੈਰੋ ਆ। ਤਰੀਕ ਪਈ ਤੋਂ ਜੇ ਇਨ ਪਰਸਨ ਆ ਤੇ 7 ਦਿਨ ਤੁਹਾਡੇ ਕੋਲ, ਉਸ ਤੋਂ ਪਹਿਲਾਂ ਤੁਹਾਨੂੰ ਡਾਕੂਮੈਂਟ ਜਮ੍ਹਾਂ ਕਰਾਉਣੇ ਆ, ਤੇ ਨਹੀਂ ਤਾਂ ਜੇ ਬਾਈ ਮੇਲ ਆ ਤਾਂ ਫਿਰ ਉਹ 10 ਦਿਨ ਹੈਗੇ ਆ। ਸੋ ਕਾਫੀ ਇਸ ਦੇ ਵਿੱਚ ਤੇਜ਼ੀ ਲਿਆਉਣ ਦੀ ਇਸ ਦੇ ਵਿੱਚ ਕੋਸ਼ਿਸ਼ ਆ। ਇਹ ਸਾਰੇ ਚੀਜ਼ ਨੂੰ ਦੇਖਦੇ ਹੋਏ ਜਿਹੜੇ ਚਿਰ ਤੋਂ ਇੰਤਜ਼ਾਰ ਦੇ ਵਿੱਚ ਨੇ, ਸਾਲਾਂ ਬੱਧੀ ਜਿਨ੍ਹਾਂ ਨੂੰ ਹੋ ਗਏ ਆ, ਉਹ ਕੀ ਸੋਚਦੇ ਨੇ ਇਸ ਨੂੰ ਲੈ ਕੇ? ਜੇ ਉਹਨਾਂ ਦੇ ਪੱਖ ਤੋਂ ਗੱਲ ਕਰੀਏ, ਉਹਨਾਂ ਦੇ ਲਈ ਕੀ ਹੈ, ਠੀਕ ਆ, ਬੈਡ ਆ, ਉਹਨਾਂ ਨੂੰ ਕੀ ਲੱਗਦਾ ਹੋਊਗਾ? ਜਿਹੜੇ ਤਾਂ ਭਾਜੀ ਕਾਫੀ ਦੇਰ ਤੋਂ ਟੰਗੇ ਹੋਏ ਆ, ਹਨਾ, ਉਹ ਤਾਂ ਆਪਣੇ ਕੇਸ ਨੂੰ ਇਹੀ ਕਿ ਉਹਨਾਂ ਦੀਆਂ ਤਰੀਕਾਂ ਅੱਗੇ ਪਈ ਜਾ ਰਹੀਆਂ। ਉਹਨਾਂ ਨੂੰ ਤਾਂ ਇਹੀ ਲੱਗਦਾ ਕਿ ਯਾਰ ਡਿਲੇ ਬਹੁਤ ਮਾੜੀ ਚੀਜ਼ ਆ। ਕਈਆਂ ਦੇ ਤਾਂ ਇਦਾਂ ਦੇ ਵੀ ਕਲਾਇੰਟ ਕਾਲ ਕਰਦੇ ਆ ਕਿ ਉਹਨਾਂ ਦੇ ਘਰ ਦੇ ਗੁਜ਼ਰ ਗਏ ਪਿੱਛੋਂ ਦੀ, ਅਸਾਲਮ ਦੀ ਵੇਟ ਕਰਦੇ ਕਰਦੇ ਘਰ ਦੇ ਗੁਜ਼ਰ ਗਏ। ਮਤਲਬ ਕਾਫੀ ਜ਼ਿਆਦਾ ਗਿਣਤੀ ਵਿੱਚ ਇਦਾਂ ਦੇ ਲੋਕ ਆ। ਤੇ ਉਹਨਾਂ ਨੂੰ ਜੇ ਤੁਸੀਂ ਪੁੱਛ ਕੇ ਦੇਖੋ ਤਾਂ ਉਹ ਤਾਂ ਇਹੀ ਕਹਿੰਦੇ ਕਿ ਯਾਰ ਚੱਲ ਵਧੀਆ ਵਾ, ਐਵੇਂ ਲਟਕੇ ਰਹੋ, ਕੋਈ ਫਾਇਦਾ ਨਹੀਂ ਇਹਦਾ। ਮੇਰੇ ਹਿਸਾਬ ਨਾਲ ਪਰਸਨਲੀ ਜਿਹੜਾ ਹੁਣ ਇੱਕ ਬੰਦਾ ਆਉਂਦਾ, ਯੰਗ ਬੰਦਾ ਆ ਰਿਹਾ, ਐਂਡ ਆਫ ਦਾ ਡੇ ਉਹ ਇਹ ਕਹਿੰਦਾ ਕਿ ਚੱਲ ਯਾਰ 4 ਪੈਸੇ ਬਣ ਜਾਣ, ਹੌਲੀ ਹੌਲੀ ਦੇਖ ਲਾਂਗੇ, ਸੈੱਟ ਹੋ ਜਾਣਗੇ, ਪਤਾ ਲੱਗ ਜਾਂਦਾ ਉਹਨੂੰ, ਇੰਗਲਿਸ਼ ਕੌਨਫੀਡੈਂਸ ਆ ਜਾਂਦਾ ਥੋੜਾ ਜਿਹਾ ਬੰਦੇ ਦੇ ਵਿੱਚ। ਮੇਰੇ ਹਿਸਾਬ ਨਾਲ ਤਾਂ ਪਹਿਲੇ ਵਾਲਾ ਸਿਸਟਮ ਸਹੀ ਸੀਗਾ, ਕਿਉਂਕਿ ਮੋਸ਼ਨ ਟੂ ਐਡਵਾਂਸ ਵਗੈਰਾ ਵੀ ਜੱਜ ਗ੍ਰਾਂਟ ਕਰ ਦਿੰਦੇ ਸੀਗੇ। ਤੇ ਕੀ ਕਹਿ ਸਕਦੇ, ਹੁਣ ਸਾਡੇ ਓਪੀਨੀਅਨ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੇ ਬਣਾਤਾ ਰੂਲ। ਹਾਂ ਜੀ ਸੋਚ ਕੇ ਕੁਛ ਬਣਾਉਂਦੇ ਆ, ਕਈ ਵਾਰੀ ਹੁੰਦਾ ਕੁਛ ਹੋਰ ਹੈਗਾ ਆ। ਇਹ ਵੀ ਦੱਸ ਜਾਈਏ, ਇਹ ਜਿਹੜਾ ਰੂਲ ਆ ਸਾਰਿਆਂ ਦੇ ਉੱਤੇ ਲਾਗੂ ਨਹੀਂ ਹੋਣਾ। ਥੋੜੇ ਥਾਵਾਂ ਵਾਲੇ ਜਿਹੜੇ ਹੈਗੇ ਨੇ ਡਿਟੈਂਸ਼ਨ 'ਚ, ਉਹਨਾਂ ਦੇ ਉੱਤੇ ਲਾਗੂ ਹੋਊਗਾ। ਤੇ ਜੇ ਸਪੈਸੀਫਿਕ ਇਹ 6 ਸ਼ਹਿਰਾਂ ਦੇ ਵਿੱਚ ਜਾ ਕੇ ਤੁਸੀਂ ਰਹਿਣਾ ਆ, ਤੇ ਉਹਨਾਂ ਦੇ ਲਈ ਹੀ ਇਹ ਜਿਹੜਾ AMI ਆ, ਬਾਕੀਆਂ ਦੇ ਲਈ ਤਾਂ ਨਹੀਂ ਆ, ਰਾਈਟ ਜੀ? ਬਾਕੀਆਂ ਦੇ ਲਈ ਨਹੀਂ ਹੈਗਾ। ਸੋ ਬਿਲਕੁਲ, ਜੇ ਤੁਸੀਂ ਸੈਨ ਫ੍ਰਾਂਸਿਸਕੋ, ਨਿਊਯਾਰਕ, ਬੋਸਟਨ, ਮਿਆਮੀ, ਲਾਸ ਐਂਜਲਸ, ਨਿਊਯਾਰਕ, ਸੋ ਇਹਨਾਂ 6 ਸ਼ਹਿਰਾਂ ਦੇ ਤੁਹਾਨੂੰ ਇਹ ਦੱਸਣਾ ਪੈਣਾ ਕਿ ਮੈਂ ਇੱਥੇ ਜਾ ਕੇ ਰਹਿਣਾ, ਤਾਂ ਹੀ ਇਹ ਜਿਹੜਾ AMI ਦੇ ਅੰਡਰ ਤੁਸੀਂ ਆਉਂਗੇ। ਸੋ ਸਮਾਂ ਦੇਖੋ, ਅੱਜ ਕਾਲਸ ਨਹੀਂ ਲਵਾਂਗੇ, ਇਹ ਤਾਂ ਹੁਣ ਸਪਸ਼ਟ ਹੀ ਹੈ, ਕਿਉਂਕਿ ਅੱਜ ਅਟਾਰਨੀ ਟੇਕਿਆ ਨਾ ਹੋਣੀ ਵਕੇਸ਼ਨ ਤੇ ਆ, ਤੇ ਆਪਣੇ ਨਾਲ ਜਿਹੜਾ ਉਹ ਜੁੜੇ ਹੋਏ ਨੇ ਮੈਕਸੀਕੋ ਤੋਂ। ਤੇ ਤੁਸੀਂ ਇੰਜੋਏ ਕਰੋ ਜੀ ਆਪਣੀ ਵਕੇਸ਼ਨ, ਤੁਸੀਂ ਸਮਾਂ ਕੱਢਿਆ ਫਿਰ ਵੀ ਇਸ ਚੀਜ਼ ਦੇ ਵਿੱਚੋਂ ਥੋੜਾ ਬਹੁਤਾ। ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ, ਬੜੀ ਮਿਹਰਬਾਨੀ ਅਟਾਰਨੀ ਟੇਕਿਆ ਨਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ।
ਜੀ ਸੋ ਇਹ ਸਨ ਅਟਰਨੀ ਟੇਕ ਕਹਿਣਾ ਜਿਨ੍ਹਾਂ ਨੇ ਆਪਣੇ ਨਾਲ ਗੱਲਬਾਤ ਕੀਤੀ ਮੈਕਸੀਕੋ ਤੋਂ, ਤੇ ਆਪਣੇ ਨਾਲ ਜਿਹੜੀ ਨਵੀਂ ਆਈ ਇੰਟਰੀਮ ਜਿਹੜਾ ਹੈਗਾ ਆ ਫਾਈਨਲ ਰੂਲ ਉਸ ਦੇ ਬਾਰੇ ਜਾਣਕਾਰੀ ਦਿੱਤੀ, AMI ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ। ਹੁਣ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਜੀ।